ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾ। ਸਗਲ ਤਿਆਗੈ ਗੁਰ ਸਰਣੀ ਆਇਆ, ਰਾਖਹੁ ਰਾਖਣ ਹਾਰੇ। ਜਿਤ ਤੂੰ ਲਾਵਹਿ ਤਿਤ ਹਮ ਲਾਗਹਿ, ਕਿਆ ਇਹ ਜੰਤ ਵਿਚਾਰੇ। ਸਗਲ ਤਿਆਗ ਗੁਰ ਸਰਣੀ ਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ। ਆਓ ਬੜੇ ਪਿਆਰ ਦੇ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਕਰਮ ਰਤ ਮੇਰੀ। ਜਨਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵ ਕਰਕੇ ਨਾਮ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾ। ਸੂਹੀ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਕੇ ਸਤਿਗੁਰੂ ਸਾਹਿਬ ਜੀ ਗੁਰੂ ਅਤੇ ਪਰਮੇਸ਼ਰ ਨੂੰ ਇੱਕ ਰੂਪ ਕਰਦੇ ਹੋਏ ਬੇਨਤੀ ਪੂਰਵਕ ਉਚਾਰ ਰਹੇ ਹਨ। ਸਗਲ ਤਿਆਗ ਗੁਰ ਸਰਣੀ ਆਇਆ। ਮਹਾਰਾਜ ਮੈਂ ਸਾਰੇ ਆਸਰੇ ਛੱਡ ਕੇ ਗੁਰੂ ਸਾਹਿਬ ਦੀ ਇਹ ਤੇਰੀ ਸ਼ਰਨ ਤੇਰੀ ਕੋਟ ਵਿੱਚ ਆ ਗਿਆ ਹਾਂ। ਰਾਖੋ ਰਾਖਣ ਹਾਰੇ। ਵਾਲੀ ਪਰਮਾਤਮਾ ਰੱਖੋ ਕਿਰਪਾ ਧਾਰ ਤੇਰੀ ਸ਼ਰਨ ਤੇਰਾ ਦਰਬਾਰ ਕਿਰਪਾ ਕਰਕੇ ਮੈਨੂੰ ਰੱਖ ਲੈਣਾ ਕਰੋ ਜੀ। ਜਿਤਹਾਂ ਤੂੰ ਲਾਵੈ ਤਿਤ ਹਮ ਲਾਗਹਿ। ਪਾਤਸ਼ਾਹ ਜਿਸ ਪਾਸੇ ਤੂੰ ਲਾਉਂਦਾ ਹੈ ਉਸ ਪਾਸੇ ਅਸੀਂ ਜੀਵ ਲੱਗਦੇ ਹਾਂ। ਕਿਆ ਇਹ ਜੰਤ ਵਿਚਾਰੇ। ਵਿਚਾਰੇ ਤੁਸ਼ ਜੀਵ ਕੀ ਹਨ, ਭਾਵ ਤੇਰੇ ਅੱਗੇ ਕੁਝ ਵੀ ਨਹੀਂ ਹਨ। ਮੇਰੇ RAM ਜੀ ਰਮੇ ਹੋਏ ਪਰਮੇਸ਼ਰ ਜੀ ਤੂੰ ਪ੍ਰਭ ਅੰਤਰਜਾਮੀ। ਸਾਰਿਆਂ ਦਾ ਮਾਲਕ ਹਰ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਹੈ। ਕਰ ਕਿਰਪਾ ਗੁਰਦੇਵ ਦਿਆਲਾ। ਦਇਆ ਦੇ ਘਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਸੀਂ ਆਪਣੀ ਮਿਹਰ ਕਰੋ। ਗੁਣ ਗਾਵਾ ਨਿਤ ਸੁਆਮੀ। ਪਿਤਾ ਪ੍ਰਤੀ ਮਾਲਕ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਰਹਾਉ ਦੇਖੇ ਗੁਰਮਾਨ ਕਰਦੇ ਨੇ। ਆਠ ਪਹਿਰ ਪ੍ਰਭ ਆਪਣਾ ਧਿਆਈਐ। ਪਰਮੇਸ਼ਰ ਤੈਨੂੰ ਆਪਣਾ ਜਾਣ ਕੇ ਅਠੇ ਪੈਰ ਅਸੀਂ ਧਿਆਈਏ। ਗੁਰ ਪ੍ਰਸਾਦ ਪਉ ਤਰੀਐ। ਗੁਰਾਂ ਦੀ ਕਿਰਪਾ ਦੁਆਰਾ ਪੈਦਾ ਇੱਕ ਸੰਸਾਰ ਸਮੁੰਦਰ ਤੋਂ ਤਰ ਜਾਈਏ। ਆਪ ਤਿਆਗ ਹੋਈਐ ਸਭ ਰੇਣਾ। ਆਪਾ ਭਾਵ ਹੰਕਾਰ ਤਿਆਗ ਕੇ ਅਸੀਂ ਸਾਰੇ ਸੰਤਾਂ ਮਹਾਤਮਾ ਦੀ ਧੂੜੀ ਹੋ ਜਾਈਏ।
ਜੀਵਤ ਆਇਓ ਮਰੀਐ ਜੀਵਤ ਭਾਗਵਤ ਮਰ ਜਾਈਏ। ਸਫਲ ਜਨਮ ਤਿਸ ਕਾ ਜਗ ਭੀਤਰ ਇਸ ਮਨੁੱਖ ਦਾ ਜਗਤ ਦੇ ਵਿੱਚ ਜੋ ਆਉਣਾ ਇਹ ਸਫਲ ਪ੍ਰਮਾਣਿਕ ਹੈ। ਸਾਧ ਸੰਗ ਨਉ ਜਪੇ ਸ੍ਰੀ ਮਹਾਤਮਾ ਜਨਾਂ ਦੀ ਸੰਗਤ ਮਿਲ ਕੇ ਇਹ ਵਾਹਿਗੁਰੂ ਤੇਰਾ ਨਾਮ ਜਪਦਾ ਹੈ। ਸਗਲ ਮਨੋਰਥ ਤਿਸ ਕੇ ਪੂਰਨ ਪੁਰਖ ਦੇ ਸਾਰੇ ਸੰਕਲਪ ਪੂਰੇ ਹੋ ਜਾਂਦੇ ਨੇ। ਜਿਸ ਦਇਆ ਕਰੇ ਪ੍ਰਭ ਆਪੇ ਪਰਮੇਸ਼ਰ ਜਿਸ ਦੀ ਖੁਆਕ ਆਪਣੀ ਦਇਆ ਮਿਹਰ ਕਰਦਾ ਹੈ। ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਇਹਨਾਂ ਦੇ ਦਇਆਵਾਨ ਹੋਣ ਵਾਲੇ ਕਿਰਪਾ ਦੇ ਘਰ ਮਾਲਕ ਪਰਮੇਸ਼ਰ ਤੇਰੇ ਸਰਣ ਦਇਆਲਾ ਜਨਾਂ ਕਰਨ ਵਿੱਚ ਦਿਆਲੂ ਹੈ। ਪਰ ਮੈਂ ਤੇਰੀ ਓਟ ਪਨਾਹ ਦੇ ਵਿੱਚ ਆਇਆ ਹਾਂ। ਕਰ ਕਿਰਪਾ ਆਪਣਾ ਨਾਮ ਦੀਜੈ ਵਾਹਿਗੁਰੂ ਆਪਣੀ ਕਿਰਪਾ ਕਰ ਤੇ ਸਾਨੂੰ ਆਪਣਾ ਨਾਮ ਬਖਸ਼ ਦੇ। ਨਾਨਕ ਸਾਦਰ ਵਾਲਾ ਅਤੇ ਆਪਣੇ ਸ੍ਰੇਸ਼ਟ ਸੰਤ ਜਨਾਂ ਦੀ ਧੂੜੀ ਸੰਗ ਬਖਸ਼ਣ ਕਰ। ਇੱਥੇ ਸਾਧ ਸੰਗਤ ਜੀਓ ਚੌਕ ਦੇ ਸ਼ਬਦ ਸਮਾਪਤ ਹੋਏ ਹਨ। ਜੋ 4 ਅੰਕ ਹੈ ਆਖਰੀ ਸ਼ਬਦ ਦਾ ਜੋੜ ਹੈ। ਇਹ 4 ਪੌੜੀਆਂ ਵਾਲਾ ਸ਼ਬਦ ਸੀਗਾ। ਅੱਗੇ 11 ਅੰਕ ਦਾ ਭਾਵ ਹੈ ਕਿ 7ਵੇਂ ਘਰ ਦੇ 11 ਸ਼ਬਦ ਆਏ ਨੇ। 58 ਅੰਕ ਦਾ ਭਾਵ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਤੋਂ ਤੱਕ ਕੁੱਲ 58 ਸ਼ਬਦ ਆਏ ਹਨ। 82 ਅੰਕ ਦਾ ਭਾਵ ਹੈ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ 9 ਸ਼ਬਦ, ਚੌਥੇ ਪਾਤਸ਼ਾਹ ਦੇ 15 ਸ਼ਬਦ ਤੇ ਪੰਜਵੇਂ ਪਾਤਸ਼ਾਹ ਦੇ 58 ਸ਼ਬਦ ਹਨ। ਇਹ ਸੋ ਜਿੰਨਾ ਵੀ ਟੋਟਲ ਆਈ ਹੈ 58 ਤੇ 11 ਤੇ 4 ਤੇ 9 ਸ਼ਬਦ ਪਹਿਲੇ ਪਾਤਸ਼ਾਹ ਦੇ। ਇਹ ਸਾਰੇ 9 15 58 9 ਸ਼ਬਦ ਪਹਿਲੇ ਪਾਤਸ਼ਾਹ ਦੇ, 15 ਚੌਥੇ ਦੇ, 58 ਪੰਜਵੇਂ ਪਾਤਸ਼ਾਹ ਦੇ। ਸਾਰਾ ਜੋੜ 82 ਬਣਦਾ ਹੈ। 82 ਸ਼ਬਦਾਂ ਦੀ ਕਥਾ ਸਤਿਗੁਰੂ ਸਾਹਿਬ ਦੀ ਕਿਰਪਾ ਦੁਆਰਾ ਸੂਈ ਰਾਗ ਦੇ ਅੰਦਰ ਇੱਥੋਂ ਤੱਕ ਸਰਵਣ ਕਰ ਚੁੱਕੇ ਹੋ। ਅੱਗੇ ਹੁਣ ਅਸ਼ਟਪਦੀਆਂ ਪ੍ਰਾਰੰਭ ਹੋ ਰਹੀਆਂ ਨੇ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪਹਿਲਾ। ਸੂਈ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਪਹਿਲੇ ਸੁਰ ਤਾਲ ਦੇ ਵਿੱਚ ਘਰ ਪਹਿਲਾ ਦਾ ਭਾਵ ਸੁਰ ਅਤੇ ਤਾਲ, ਸੁਰ ਵਾਜੇ ਦੀ ਤਾਲ ਜੋੜੀ ਦਾ ਪਹਿਲੇ ਘਰ ਸੁਰ ਤਾਲ ਦੇ ਵਿੱਚ ਅਸ਼ਟਪਦੀਆਂ ਜਗਿਆਸੂ ਮਹਾਤਮਾ ਦੇ ਸੰਵਾਦ ਦੁਆਰਾ 8 ਪਦਿਆਂ ਵਾਲੇ ਸ਼ਬਦਾਂ ਦੀ ਇਹ ਬਾਣੀ ਉਚਾਰਨ ਕਰ ਰਹੇ ਹਨ। ਇੱਕੋ ਓੰਕਾਰ ਅਦੁੱਤੀ ਬ੍ਰਹਮ ਜੋ ਓੰਕਾਰ ਸ਼ਬਦ ਪ੍ਰਕਾਸ਼ ਵਿੱਚ ਹੈ। ਸਤਿਗੁਰ ਪ੍ਰਸਾਦ ਅਤੇ ਸਤਿ ਹੈ ਚਿਤ ਹੈ ਆਨੰਦ ਰੂਪ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਭ ਅਵਗਣ ਮੈਂ ਗੁਣ ਨਹੀਂ ਕੋਈ। ਇਹ ਮਹਾਤਮਾ ਨੂੰ ਸਕੀ ਮੇਰੇ ਵਿੱਚ ਕਾਮ ਕ੍ਰੋਧ ਆਦਿਕ ਸਾਰੇ ਹੀ ਅਵਗੁਣ ਗੁਨਾਹ ਹਨ। ਇਹ ਵੀ ਹੈ ਵੀ ਸਤ ਸੰਤੋਖ ਆਦਿਕ ਕੋਈ ਵੀ ਗੁਣ ਨਹੀਂ ਹੈ। ਕਿਉਂ ਕਰ ਕੰਤ ਮਿਲਾਵਾ ਹੋਈ। ਇਵੇਂ ਕਰਕੇ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਹੋਵੇਗਾ। ਨਾ ਮੈਂ ਰੂਪ ਨਾ ਬੰਕੇ ਨੈਣਾ। ਨਾ ਹੀ ਮਿਲਦੇ ਦਿਲ ਦੀ ਸਵਾਈ ਨੂੰ ਸੁੰਦਰ ਰੂਪ, ਨਾ ਹੀ ਸੁਰਤੀ ਸਿਮਰਤੀ
ਵਿਵੇਕ ਵੈਰਾਗ ਰੂਪ ਸੁੰਦਰ ਨੇਤਰ ਹਨ। ਨਾ ਕੁਲ ਟੰਗ ਨਾ ਮੀਠੇ ਬੈਣਾ, ਨਾ ਹੀ ਅਟੁੱਟ ਕੁਲ, ਨਾ ਹੀ ਗਿਆਨ ਸੇਵਾ ਜੁਗ ਦਾ ਢੰਗ ਤਰੀਕਾ, ਤੇ ਨਾ ਹੀ ਨਾਮ ਬਾਣੀ ਦੀਆਂ ਪ੍ਰਤੱਖ ਮਿੱਠੇ ਪਿਆਰੇ ਬਚਨ ਹਨ। ਰਹਾਉ ਨਾਮ ਦੇ ਕਰ ਪ੍ਰਮਾਣ ਕਰਦੇ ਨੇ। ਸਹਿਜ ਸਿਗਾਰ ਕਾਮਣ ਕਰ ਆਵੈ, ਮਹਾਤਮਾ ਕਹਿੰਦੇ ਨੇ ਕਿ ਜੇਕਰ ਸ਼ਾਂਤੀ ਰੂਪ ਸ਼ਿੰਗਾਰ ਜਾਂ ਸਹਿਜੇ ਹੀ ਜਸ ਰੂਪ ਸ਼ਿੰਗਾਰ ਕਰਕੇ ਜਗਿਆਸੂ ਰੂਪ ਇਸਤਰੀ ਆਉਣਾ ਕਰੇ, ਜਾਂ ਆਭਾਸ ਬਿਰਤੀ ਅੰਤਰਗਤ ਨੂੰ ਸੀਧਾ ਵਿੱਚ ਆ ਕੇ ਪ੍ਰਾਪਤ ਹੋਵੇ, ਤਾਂ ਸੁਹਾਗਣ ਜਾਂ ਕੰਤੈ ਪਾਵੈ। ਫਿਰ ਜਦ ਪਤੀ ਪਰਮੇਸ਼ਰ ਨੂੰ ਪਾ ਜਾਂਦੀ ਹੈ ਤਾਂ ਹੀ ਸੁਹਾਗ ਬਣਦੀ ਪਰਮੇਸ਼ਰ ਦੀ ਆਨੰਦ ਵਾਲੀ ਹੋ ਸਕਦੀ ਹੈ। ਨਾ ਤਿਸ ਰੂਪ ਨਾ ਰੇਖਿਆ ਕਾਈ, ਉਸ ਪਰਮਾਤਮਾ ਦਾ ਨਾ ਹੀ ਕੋਈ ਇਸਤਰੀ ਲਿੰਗ ਪੁਰਸ਼ ਲਿੰਗ ਆਦਿ ਦਾ ਕੋਈ ਸਰੂਪ ਹੈ, ਨਾ ਹੀ ਜਿਸ ਤਰ੍ਹਾਂ ਸਾਡੇ ਹੱਥਾਂ ਦੀਆਂ ਤਲੀਆਂ ਦੇ ਰੇਖਾਵਾਂ ਹੁੰਦੀਆਂ ਨੇ, ਪੈਰਾਂ ਦੀਆਂ ਤਲੀਆਂ ਤੇ ਰੇਖਾਵਾਂ ਹੁੰਦੀਆਂ ਨੇ, ਮੱਥੇ ਦੇ ਉੱਪਰ ਰੇਖਾਵਾਂ ਹੁੰਦੀਆਂ ਨੇ, ਇਸ ਤਰ੍ਹਾਂ ਕੋਈ ਮਾਸ਼ਕਾ ਸਾਜਕ ਦੀ ਕੋਈ ਲੇਖਾ ਕੋਈ ਲੇਖੀ ਜੋਖੀ ਦੀ ਲਕੀਰ ਨਹੀਂ ਹੈ। ਨਾਨਤਨ ਸਾਹਿਬ ਸਿਮਰਿ ਅਜਾਈ, ਜੇ ਕੋਈ ਸੋਚੇ ਕਿ ਜਿਵੇਂ ਗਣਕਾਂ ਨੇ ਤੋਤੇ ਨੂੰ ਰਾਮ ਨਾਲ ਪੜ੍ਹਾਇਆ, ਸਾਰੀ ਉਮਰ ਗਲਤ ਕੰਮ ਕਰਦੀ ਰਹੀ, ਪਰ ਮਰਨ ਲੱਗਿਆਂ ਉਹ ਰਾਮ ਨਾਮ ਪੜ੍ਹਾਉਂਦਿਆਂ ਤੋਤੇ ਨੂੰ ਮੁਕਤ ਹੋ ਗਈ। ਆਪਾਂ ਵੀ ਇੰਝ ਕਰਦੇ ਰਹੀਏ ਤੇ ਮਰਨ ਲੱਗਿਆਂ ਮੁੜ ਕੇ ਅਮਰ ਛਕ ਲਵਾਂਗੇ। ਮਹਾਰਾਜ ਦਾ ਕੀ ਹੈ, ਉਹਨੇ ਤਾਂ ਬਖਸ਼ੀ ਲੈਣਾ। ਇਸੇ ਤਰ੍ਹਾਂ ਜਿਵੇਂ ਕ੍ਰਿਸ਼ਨ ਭਗਵਾਨ ਨੂੰ ਇੱਕ ਦਾਈ ਅਸਤਰਾਂ ਦੇ ਨਾਲ ਜ਼ਹਿਰ ਲਾ ਕੇ ਤੇ ਦੁੱਧ ਚੁਕਾਉਣ ਦੇ ਬਹਾਨੇ ਉਹਦੇ ਅੰਤਰੀ ਸੀ ਰੂਪ ਬਿਠਾ ਕੇ ਮਾਰਨ ਵਾਸਤੇ ਆਈ ਕੰਸਲੀ ਭੇਜੀ ਹੋਈ, ਜਿਹਦਾ ਨਾਮ ਸੀ ਪੂਤਨਾ। ਸੇਮ ਸਟੋਰੀ ਹੈ ਗੁਰੂ ਅਰਜਨ ਸਾਹਿਬ ਜੀ ਦੀ ਵੀ। ਪ੍ਰਤੀ ਚੰਦ ਨੇ ਦਾਈ ਭੇਜੀ ਸੀ, ਅਸਤਰਾਂ ਨੂੰ ਜ਼ਹਿਰ ਲਾ ਕੇ ਆਈ। ਕ੍ਰਿਸ਼ਨ ਨੇ ਵੀ ਦੰਦੀ ਵੱਢ ਕੇ ਦੁੱਧ ਦੇ ਰਸਤੇ ਦੇ ਪਾਣ ਕੱਢ ਗਏ, ਬਾੜ ਕਰਕੇ ਉਹ ਜੰਤਰੀ ਧਰਤੀ ਤੇ ਡਿੱਗ ਪਈ, ਮਰਦਿਆਂ ਹੀ ਬੈਕੁੰਠ ਨੂੰ ਚਲੀ ਗਈ, ਕਿਉਂਕਿ ਭਗਵਾਨ ਨੇ ਬਿਮਾਰੀ ਸੀ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਵੀ ਮਹਾਰਾਜ ਨੇ ਇਹੋ ਜਿਹੇ ਦੰਦ ਪੁੱਟੇ ਕਿ ਉਹਦੀ ਜਾਨ ਹੀ ਕੱਢ ਸੁੱਟੀ। ਉਹ ਵੀ ਅੱਖਾਂ ਪੁੱਠੀਆਂ ਕਰਕੇ ਦਾੜ ਕਰਕੇ ਧਰਤੀ ਤੇ ਡਿੱਗ ਪਈ, ਦੁੱਧ ਰਸਤੇ ਪ੍ਰਾਣ ਖਿੱਚ ਲਏ। ਤੇ ਜੇ ਕੋਈ ਕਹੇ ਕਿ ਆਪਾਂ ਲੋਕਾਂ ਦੇ ਬੱਚੇ ਮਾਰੀਏ ਤੇ ਅਸੀਂ ਵੀ ਇਸ ਤਰ੍ਹਾਂ ਮੁਕਤ ਹੋ ਜਾਈਏ, ਉਹ ਤਾਂ ਬੜਾ ਭਗਵਾਨ ਸੀਗੇ ਕ੍ਰਿਸ਼ਨ ਮਹਾਰਾਜ ਵੀ ਤੇ ਗੁਰੂ ਅਰਜਨ ਸਾਹਿਬ ਵੀ ਪਰਮਾਤਮਾ ਦਾ ਰੂਪ। ਉਹਨਾਂ ਦੀ ਮੌਜ ਆਈ ਕਿ ਉਹਨਾਂ ਕ੍ਰਿਸ਼ਨ ਨੇ ਪੂਤਨਾ ਨੂੰ ਮਾਰਿਆ ਤੇ ਗੁਰੂ ਅਰਜਨ ਸਾਹਿਬ ਨੇ ਗੁਰੂ ਕੀ ਬੜਾਈ ਪ੍ਰਤੀ ਚੰਦੀ ਭੇਜੀ, ਦਾਈ ਨੂੰ ਮਾਰਿਆ। ਤੇ ਸਵੇਰੇ ਨੇ ਸੱਪ ਛੱਡਿਆ ਤੇ ਸੱਪ ਦੀ ਕਲਿਆਣ ਕੀਤੀ। ਸਵੇਰੇ ਨੂੰ ਸਾਰੀ ਗੱਲਬਾਤ ਪੁੱਛੀ, ਉਹ ਮੰਨ ਗਿਆ। ਉਹ ਇੰਝ ਭਾਈ ਗੁਰਦਾਸ ਸਾਹਿਬ ਜੀ ਨੇ ਬਾਹਰ ਦੇ ਵਿੱਚ ਪੌੜੀ ਲਿਖੀ ਹੈ ਕਿ ਜੇਕਰ ਉਧਰੀ ਪੂਤਨਾ ਤੁਹਾਡੇ ਕੋਈ ਕਰਮ ਕਰਦੇ ਆ ਤੇ ਕੋਈ ਕਰਮ ਕਰਨਾ ਕੋਈ ਚੰਗਾ ਕੰਮ ਨਹੀਂ ਹੈ। ਤੇ ਜੇਕਰ ਇਸ ਤਰ੍ਹਾਂ ਜਿਹੜੇ ਵੈਰ ਕਰਨ ਵਾਲੇ ਹੋਰ ਔਗਣ ਕਰਨ ਵਾਲੇ ਕਰ ਗਏ, ਜਿੱਦਾਂ ਹੁਣ ਸਧਨਾ ਕਸਾਈ ਸੀਗਾ ਤੇ ਉਹ ਪਹਿਲਾਂ ਕਸਾਈ ਸੀਗਾ, ਉਹਨੇ ਕਸਾਈ ਹੋਣਾ ਛੱਡ ਕੇ ਤੇ ਭਗਤੀ ਕੀਤੀ, ਮਹਾਰਾਜ ਦਾ ਭਗਤ ਬਣਿਆ ਤੇ ਉਸਦਾ ਪਾਰ ਉਤਾਰਾ ਤਾਂ ਆਗਰਾ ਹੋਣਾ ਸੀ, ਕਈਆਂ ਦਾ ਉਹਨੇ ਕੀਤਾ।
ਜੇ ਕਸਾਈ ਬਣਾ ਕਰਦਾ ਸਦਨਾ ਕਰ ਗਿਆ ਤੇ ਕਸਾਈ ਬਣਾ ਕੋਈ ਚੰਗਾ ਕੰਮ ਨਹੀਂ ਹੁੰਦਾ। ਭਾਈ ਗੁਰਦਾਸ ਜੀ ਨੇ ਵੱਖੋ ਵੱਖ ਦ੍ਰਿਸ਼ਟਾਂਤ ਦਿੱਤੇ ਨੇ। ਸੋ ਅਵਗੁਣਾਂ ਤੋਂ ਬਚ ਕੇ ਰਹਿਣ ਦੀ ਆਗਿਆ ਹੈ। ਮਾਗੀ ਤਾਂ ਮਿਲ ਜਾਂਦੀ ਹੈ। ਗੁਰੂ ਸਾਹਿਬ ਜੀ ਦਿਆਲ ਹਨ, ਉਹਨਾਂ ਨੇ ਇੱਕ ਤਰੀਕਾ ਦੱਸਿਆ ਹੈ ਕਿ ਜੇ 5 ਪਿਆਰਿਆਂ ਦੇ ਪੇਸ਼ ਹੋ ਕੇ 5 ਪਿਆਰਿਆਂ ਨੂੰ ਸਾਰੀ ਸੱਚਾਈ ਦੱਸ ਦਿੱਤੀ ਜਾਏ ਤਾਂ ਉਹ ਗੁਰਬਾਣੀ ਦੇ ਪਾਠ ਜਾਂ ਗੁਰੂ ਘਰ ਦੀ ਕੋਈ ਹੱਥੀਂ ਸੇਵਾ ਜਾਂ ਕੋਈ ਮਾਇਆ ਤੇਲੇ ਦੀ ਸੇਵਾ ਜਿਸ ਤਰ੍ਹਾਂ ਵੀ ਉਹ ਚਾਹੁਣ, ਉਹ ਸੇਵਾ ਲਾ ਕੇ ਤੇ ਬੰਦੇ ਨੂੰ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾ ਕੇ ਬਖਸ਼ਾ ਸਕਦੇ ਨੇ। ਜੇ ਕੋਈ ਅਰਦਾਸ ਸੱਚੇ ਮਨੋਂ ਕਰੇ, ਅਰਥਾ ਕੋਈ ਕਰੇ ਤਾਂ ਬਖਸ਼ਿਆ ਜਾ ਸਕਦਾ ਹੈ। ਪਰ ਜੇ ਕੋਈ ਮੇਰੇ ਵਰਗਾ ਸੋਚੇ ਕਿ ਮੈਂ ਗਲਤੀਆਂ ਕਰਦਾ ਹਾਂ ਤੇ ਮੁੜ ਕੇ ਕੋਈ ਨਹੀਂ ਮਾਫੀ ਮੰਗ ਕੇ ਛੁੱਟ ਜਾਵਾਂਗੇ, ਇਸ ਤਰ੍ਹਾਂ ਕੋਈ ਬਾਰ-ਬਾਰ ਜਾਣ ਬੁੱਝ ਕੇ ਅਵਗਣ ਕਰਨੀ, ਮਾਫੀ ਮੰਗਣੀ, ਚੰਗੀ ਕਰਨੀ ਹੁੰਦੀ। ਗਲਤੀ ਤਾਂ ਉਹ ਹੁੰਦੀ ਹੈ ਜਿਹੜੀ ਭੁਲੇਖੇ ਨਾਲ ਹੋਵੇ, ਪਰ ਜਿਹੜੀ ਜਾਣ ਬੁੱਝ ਕੇ ਕੀਤੀ ਜਾਏ ਉਹ ਗੁਨਾਹ ਹੁੰਦਾ ਹੈ। ਗੁਰੂ ਘਰ ਮਾਫੀ ਸਮਝੀ ਹੈ। ਪਰ ਜਿਵੇਂ ਸਾਧ ਸੰਗਤ ਜੀ ਲੋਹੇ ਦਾ ਮੁੱਲ ਲੋਹਾ ਪੈਂਦਾ ਬੇੜੀ ਦੇ ਉੱਪਰ, ਜੋ ਮਰਜ਼ੀ ਰੱਖ ਦਿਓ, ਲੋਹਾ ਰੱਖ ਦਿਓ, ਸੋਨਾ ਰੱਖ ਦਿਓ, ਚਾਂਦੀ ਰੱਖ ਦਿਓ, ਤਾਂਬਾ ਰੱਖ ਦਿਓ, ਲੱਕੜ ਰੱਖ ਦਿਓ, ਸਭ ਉਹ ਪਾਰ ਹੋ ਜਾਂਦੇ ਨੇ। ਪਰ ਲੋਹੇ ਦਾ ਮੁੱਲ ਲੋਹਾ ਪੈਂਦਾ, ਸੋਨੇ ਦਾ ਮੁੱਲ ਸੋਨਾ ਪੈਂਦਾ, ਚਾਂਦੀ ਦਾ ਮੁੱਲ ਚਾਂਦੀ ਪੈਂਦਾ। ਅਗਲੇ ਪਾਸੇ ਬਾਜ਼ਾਰ ਵਿੱਚ ਜਾ ਕੇ ਲੋਹੇ ਦਾ ਪੀਸ ਹੈ, ਕੋਈ ਵੀ ਚੀਜ਼ ਹੈ, ਉਹ ਜਦ ਟੁੱਟ ਜਾਂਦੀ ਹੈ, ਮਿਸਤਰੀ ਬੜੇ ਕਮਾਉਂਦੇ ਨੇ, ਉਹਦੇ 'ਚ ਖੰਡ ਲਾ ਕੇ ਮੈਡਮ ਦੀ ਲੇਅਰ ਲਾ ਕੇ ਉਹਨੂੰ ਘਸਾ ਘਸੂਕਿਆਂ ਵਧੀਆ ਪੱਧਰਾ ਕਰ ਦਿੰਦੇ ਨੇ। ਜਿੰਨਾ ਮਰਜ਼ੀ ਉਹ ਬਚ ਬਚਾ ਕੇ ਲੇਅਰ ਲਾਉਣ, ਗੱਡ ਟੁੱਟ ਲਾਉਣ, ਪਰ ਦੂਰੋਂ ਵੇਖਣ ਤੋਂ ਪਤਾ ਲੱਗ ਜਾਂਦਾ ਕਿ ਲੋਹੇ ਇਹ ਟੁੱਟ ਗਿਆ ਸੀ, ਇਹਨੂੰ ਜੋੜਿਆ ਹੋਇਆ। ਬਹੁਤ ਹੀ ਦੂਰ ਨਾ ਜਾਈਏ, ਸਾਨੂੰ ਤਾਂ ਹੁਣ ਪਤਾ ਨਹੀਂ ਲੱਗਦਾ। ਆ ਜਿਹੜੇ ਪਾਲਤੂ ਬੰਦੇ ਨੇ, ਵਪਾਰੀ ਬੰਦੇ ਨੇ, ਗੱਡੀਆਂ ਮੋਟਰਾਂ ਕਾਰਾਂ ਗੱਡੀਆਂ ਲੈਣ ਵੇਚਣ ਵਾਲੇ, ਇੱਕ ਸਕਿੰਟ ਤੋਂ ਪਹਿਲਾਂ ਗੱਡੀ ਵੇਚ ਕੇ ਦੱਸ ਦੇਣਗੇ ਇਹ ਤਾਂ ਸਾਰੀ ਹੋਈ ਬਦਲੀ ਹੋਈ, ਇੱਥੇ ਐਕਸੀਡੈਂਟ ਕਰ ਦਿੱਤੀ, ਇਹਦਾ ਢਾਬਾ ਵੀ ਬਦਲਿਆ, ਬਾਰੀ ਵੀ ਬਦਲੀ, ਆਹ ਵੀ ਬਦਲਿਆ, ਉਹ ਵੀ ਬਦਲਿਆ। ਬੰਦਾ ਹੈਰਾਨ ਹੋ ਜਾਂਦਾ, ਤੈਨੂੰ ਕਿਵੇਂ ਪਤਾ ਲੱਗਾ? ਦੂਰੋਂ ਵੇਖ ਕੇ ਜਿਹੜੀ ਓਰੀਜਨਲ ਚੀਜ਼ ਹੈ, ਸ਼ੁਰੂ ਤੋਂ ਕੰਪਨੀ ਨਾਲ ਹੀ ਆਈ ਹੋਈ ਹੈ, ਕੋਈ ਵੀ ਹੈ, ਉਹ ਬਾਅਦ ਦੇ ਵਿੱਚ ਕੱਢ ਟੁੱਟ ਤਾਂ ਲੱਗ ਜਾਂਦਾ, ਫੇਰ ਫੂਰ ਤਾਂ ਹੋ ਜਾਂਦੀ। ਪਰ ਬੰਦੇ ਜਿਹੜੇ ਪਾਲਤੂ ਨੇ ਦੂਰੋਂ ਖੜ ਕੇ ਦੱਸ ਦੇਣਗੇ, ਉਹਨਾਂ ਮੁੱਲ ਮਾਈਨਸ ਹੋ ਜਾਏਗਾ, ਘੱਟ ਜਾਏਗਾ। तो इस प्रकार जिन्ना कोई अवगण करके गड्ढा बनाਉਂਦਾ ਟੋਪਾ ਟਾਂਕਾ ਦਾ ਲੱਗੀ ਜਾਂਦਾ, ਜੋੜ ਜਾੜ ਦਾ ਲੱਗੀ ਜਾਂਦਾ, ਤੇ ਪਰ ਉਹ ਚੀਜ਼ ਅਸਲੀ ਨਹੀਂ ਬਣਦੀ। ਕਈ ਮੇਰੇ ਵਰਗੇ ਮੂਰਖ ਕਸ਼ਹਿਰੇ ਨੂੰ ਵੀ ਟੋਪੇ ਲਾਲਾ ਪਾਈ ਜਾਣਗੇ, ਦਸਤਾਰ ਨੂੰ ਵੀ ਟੋਪਾ ਲਾਉਣਗੇ। ਨਾ ਤਾਂ ਦਸਤਾਰ ਨੂੰ ਟੋਪਾ ਲਾਈਦਾ, ਨਾ ਕਸ਼ਹਿਰੇ ਨੂੰ ਲਾਈਦਾ। ਜਦੋਂ ਪਾੜ ਜਾਣੇ ਨੂੰ ਸੁੱਟ ਦੇਈਦਾ, ਟਾਂਕਾ ਨਹੀਂ ਲਾਈਦਾ। ਟਾਂਕਾ ਲੱਗਦਾ ਹੀ ਨਹੀਂ ਦੋ ਚੀਜ਼ਾਂ ਨੂੰ। तो इस वास्ते ਜਿਹੜੀ ਚੀਜ਼ ਨਵੀਂ ਹੈ ਉਹਨੂੰ ਹੀ ਹਟਾਈਦਾ। क्यों कबीर जैसी उपजी केड़ती तो तैसी न कहे कोड़, ईना किसका बापुरा मुझे नरक कोड़। अमृत छक लिया, कोई ब्याह आया ते फिर प्याले ते प्याला खा प्याला, मोटा माल भी खाई गए ते ड्रिंक भी करी गए, मुझे फिर गुरुद्वारे आ वड़े, फिर हथ जोड़ के गए जी सानू माफी दो। क्यों बार बार ही काम चंगा नहीं होता, वो फिर ज्यादा बंदा गुनाहगार बन जाता।
ਇਸ ਲਈ ਜ਼ਿੰਦਗੀ ਦੇ ਦੌਰਾਨ ਸੱਚੇ ਪਾਤਸ਼ਾਹ ਦੀ ਚਰਨਾਂ 'ਚ ਅਰਦਾਸ ਕਰਨੀ ਚਾਹੀਦੀ ਹੈ ਕਿ ਜਿਵੇਂ ਕਿਵੇਂ ਵੀ ਸੋ ਮਹਾਰਾਜ ਦੀ ਕਿਰਪਾ ਨਾਲ ਮਰਿਆਦਾ ਦੇ ਵਿੱਚ ਵਿਚਰੀਏ, ਨਿਤਨੇਮੀ ਹੋਈਏ। ਜੇ ਕੋਈ ਆਖੇ ਕਿ ਆਪਾਂ ਜੋ ਮਰਜ਼ੀ ਕਰਦੇ ਰਹੀਏ ਤੇ ਮਰ ਲੱਗੀਆਂ, ਜਿਵੇਂ ਸ਼ਬਦ ਹੁੰਦਾ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਤੇ ਬਦਤ ਰੋਚਨ ਤੇ ਨਾ ਮੁਕਤਾ ਵੀ ਨਾ ਪਰਮਾਟੀ ਰਜੈ ਵਸੈ। ਦੇਖੋ ਜਿਹੜਾ ਅਜਾਮਨ ਸੀ ਉਹਨੇ ਨਾਰਾਇਣ ਕਰਦਿਆਂ ਭਾਵੇਂ ਮੁੰਡੇ ਦਾ ਨਾਮ ਨਹੀਂ ਲਿਆ, ਪਰ ਜਾਂ ਤੋਂ ਛੱਡ ਕੇ ਭੱਜ ਕੇ ਉਤਰ ਗਿਆ। ਅਸੀਂ ਵੀ ਇਸ ਤਰ੍ਹਾਂ ਕਰ ਜਾਵਾਂਗੇ, ਇੰਝ ਨਹੀਂ ਹੋ ਸਕਦਾ ਹੈ। ਪਹਿਲਾਂ ਤੋਂ ਹੀ ਤਿਆਰੀ ਕਰਨੀ ਪਏਗੀ ਮਰਿਆਦਾ ਵਿੱਚ ਰਹਿ ਕੇ, ਤੇ ਜਿਹੜਾ ਮਰਿਆਦਾ ਤੋਂ ਬਗੈਰ ਵੀ ਸੰਗਤ ਕਰਨੀ ਹੈ ਜਾਂ ਬਾਣੀ ਪੜ੍ਹਨੀ, ਸੇਵਾ ਕਰਨੀ, ਇੰਝ ਜਿਵੇਂ ਖੇਤੀ ਨੂੰ ਪਾਣੀ ਜ਼ਿਆਦਾ ਮਿਲ ਜਾਏ ਤੇ ਪਾਣੀ 'ਚ ਵੀ ਉਹ ਗਲ ਜਾਂਦੀ ਹੈ, ਕਿਉਂ ਪਾਣੀ 'ਚ ਗਲੀ ਖੇਤੀ ਦੀ ਤਰ੍ਹਾਂ ਉਹ ਗੁਰਸਿੱਖ ਹਨ ਜਿਹੜੇ ਸਮਝਦੇ ਵੀ ਨੇ, ਆਉਂਦੇ ਜਾਂਦੇ ਵੀ ਪਰ ਮੰਨਦੇ ਨਹੀਂ ਹਨ, ਵਾਰ ਵਾਰ ਗਲਤੀਆਂ ਕਰਦੇ ਨੇ, ਤਾਂ ਉਹਨਾਂ ਦਾ ਪਾਲਣਾ ਹੋਣਾ ਅਸੰਭਵ ਹੈ। ਮਹਾਰਾਜ ਵੀ ਕੁਝ ਹੱਦ ਤੱਕ ਮਦਦ ਕਰਦਾ, ਜਦ ਹੱਦੋਂ ਬੰਦੇ ਕੰਮ ਟੱਪ ਜਾਏ ਤੇ ਰੱਬ ਵੀ ਮਦਦ ਕਰਨੋਂ ਹਟ ਜਾਂਦਾ ਹੈ। ਕਿਸੇ ਨੇ ਰੱਬ ਨੂੰ ਪੁੱਛਿਆ ਕਿ ਤੂੰ ਦੱਸ, ਮੈਂ ਆਪਣੀ ਮਰਜ਼ੀ ਨਾਲ ਕੁਛ ਕਰ ਸਕਦਾ ਕਿ ਤੂੰ ਕਰਾਉਣਾ ਹੈ? ਕਿਸੇ ਸ਼ਰਾਬੀ ਬੰਦੇ ਨੂੰ ਆਖੋ ਅੰਮ੍ਰਿਤ ਛਕ ਲੈ, ਇਹੀ ਤੁਹਾਡੇ ਤੇ ਸਵਾਲ ਕਰੂਗਾ। ਇੱਕ ਪਾਸੇ ਤੁਸੀਂ ਰੌਲਾ ਪਾਉਂਦੇ ਹੋ ਕਿ ਰੱਬ ਦੇ ਹੁਕਮ ਤੋਂ ਬਗੈਰ ਪਤਾ ਵੀ ਨਹੀਂ ਕਰਦਾ, ਤੇ ਮੈਂ ਸ਼ਰਾਬ ਆਪਣੀ ਮਰਜ਼ੀ ਨਾਲ ਪੀ ਲਵਾਂ, ਇਹ ਵੀ ਰੱਬ ਦੀ ਮਰਜ਼ੀ। ਉਹ ਕਹਿੰਦੇ ਪਾਣੀ 'ਚ ਰਹੋ, ਰੌਲਾ ਤੁਸੀਂ ਬਥੇਰਾ ਪਾਉਂਦੇ ਹੋ, ਹੁਕਮ ਅੰਦਰ ਸਭ ਕੁਝ, ਮੈਂ ਹੁਕਮ 'ਚ ਨਹੀਂ ਨਾ, ਇਹੀ ਗੱਲਾਂ ਸੁਣਨੀਆਂ। ਜਦੋਂ ਰੱਬ ਦਾ ਹੁਕਮ ਹੋਊਗਾ ਤਾਂ ਆਪਾਂ ਛੱਡ ਲਵਾਂਗੇ, ਤਾਂ ਕੀ ਹੋਇਆ? ਆ ਵੀ ਤਾਂ ਰੱਬ ਨੇ ਬਣਾਈ ਤਾਂ ਪੀਣ ਵਾਸਤੇ ਹੀ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਪਾਂ ਕਰਦੇ ਸੁਣਦੇ ਆਮ ਸਮਾਜ ਦੇ ਵਿੱਚ। ਕਿਸੇ ਨੇ ਰੱਬ ਨੂੰ ਵੀ ਕਹਿਤਾ ਵੀ ਤੂੰ ਦੱਸ ਵੀ ਮੈਂ ਮਾੜਾ ਕਿ ਜਾਂ ਤੂੰ ਕੀਤਾ ਹੈ, ਮੈਂ ਆਪਣੀ ਮਰਜ਼ੀ ਨਾਲ ਕਰ ਸਕਦਾ ਕਿ ਤੂੰ ਕਰਾਉਂਦਾ ਹੈ? ਇਹਦਾ ਉੱਤਰ ਦੇ ਤੈਨੂੰ ਬੈਠੀ ਤੂੰ ਇੰਝ ਕਰ, ਆਪਣਾ ਸੱਜਾ ਪੈਰ ਉੱਪਰ ਨੂੰ ਚੁੱਕ। ਉਹਨੇ ਚੁੱਕ ਲਿਆ, ਕਹਿੰਦਾ ਵੀ ਖੱਬਾ ਵੀ ਚੁੱਕ, ਰਹਿਣਾ ਖੜੀ ਹੈ, ਬੈਠਣਾ ਨਹੀਂ, ਖੱਬਾ ਵੀ ਚੁੱਕ। ਤੈਨੂੰ ਤਾਂ ਇੰਝ ਕਿਵੇਂ ਹੋ ਸਕਦਾ? ਮੈਂ ਸੱਜਾ ਵੀ ਚੁੱਕ ਲਿਆ ਤੇਰੇ ਆਖੇ, ਜੇ ਹੁਣ ਖੱਬਾ ਚੁੱਕ ਲਿਆ ਮੈਂ ਖੜੂੰਗਾ ਕਿਵੇਂ? ਕਹਿੰਦੇ ਪੁੱਤ ਹੁਣ ਦੱਸ, ਦਿਮਾਗ ਤੋਂ ਕੰਮ ਲਿਆ ਨਾ? ਜੇ ਤੂੰ ਦਿਮਾਗ ਤੋਂ ਕੰਮ ਨਾ ਲੈਂਦਾ ਤੂੰ ਮੇਰੇ ਆਖੇ ਲਾ ਕੇ ਦੂਜਾ ਵੀ ਚੁੱਕ ਦਿੰਦਾ, ਜਿਹੜਾ ਘੜਾਵਾ ਕਰਕੇ ਥੱਲੇ ਡਿੱਗਣਾ ਸੀ। ਹੁਣ ਮੈਂ ਤੈਨੂੰ ਦਿਮਾਗ ਦਿੱਤਾ, ਬੁੱਧੀ ਦਿੱਤੀ ਹੈ, ਸੋਚਣਾ ਦਾ ਤੇਰਾ ਕੰਮ ਹੈ ਵੀ ਮੈਂ ਚੜੇ 'ਚ ਪੈਣਾ। ਉਧਰੋਂ ਮੀਂਹ ਪੈਣ ਡਿਆ, ਬਾਰਿਸ਼ ਲੱਗ ਰਹੀ ਹੈ, ਬੜੇ ਬੜੇ ਪਾਣੀ ਹੈ, ਤੇ ਜੇ ਤੂੰ ਉਹਨੇ ਵਾਰ ਤੁਰੇਗਾ ਤਾਂ ਗਟਰ 'ਚ ਡੁੱਬੇਗਾ। ਕੀਤਾ ਕਿ ਟੋਆ ਟੱਪਾ ਕੀ ਹੈ, ਤੁਰਨਾ ਤਾਂ ਸੰਭਲ ਕੇ ਪਊਗਾ ਨਾ। ਹੁਣ ਚਿੱਕੜ ਹੈ ਤੇ ਕੱਪੜੇ ਚੱਟੇ ਪਾਏ ਹੋਏ ਨੇ, ਕੰਮ ਤਾਂ ਦਿਮਾਗ ਤੋਂ ਲੈਣਾ ਪਊ, ਤੈਨੂੰ ਲੈਣਾ ਪਊ। ਜੇ ਹੋਰ ਨਾ ਕੰਮਾਂ ਦੇ ਵਿੱਚ ਆਪਾਂ ਸੋਚ ਸਮਝ ਕੇ ਚੱਲਦੇ ਹਾਂ, ਗਲੀ ਆਈ ਹੈ ਪੂਰੀਆਂ ਸੁੱਟਦੇ ਹਾਂ, ਤੈਨੂੰ ਨਹੀਂ ਪਤਾ ਮੂੰਹ ਦੇ ਕੋਈ ਛਿੱਟ ਪਈ ਆ ਉਹਨੂੰ ਸਾਫ਼ ਕਰਦੇ ਹੀ ਆ, ਕੱਪੜੇ ਗੰਦੇ ਹੋਏ ਨੇ ਉਹਨੂੰ ਧੋਂਦੇ ਹੀ ਆ। ਇਹ ਰੱਬ ਦੇ ਨਹੀਂ ਆ ਕੇ ਧੋਂਦਾ, ਸਰੀਰ ਗੰਦਾ ਹੋਇਆ ਉਹਨੂੰ ਸਾਫ਼ ਤਾਂ ਕਰਦੇ ਆ। ਗੰਦ 'ਚ ਪੈਰ ਥੋੜ੍ਹੇ ਪਾਉਣੇ, ਸਫਾਈ ਵਾਲੀ ਜਗ੍ਹਾ 'ਤੇ ਤੁਰਦੇ। ਉਹਨਾਂ ਕੰਮਾਂ 'ਚ ਤੂੰ ਆਪਦਾ ਦਿਮਾਗ ਵਰਤਦਾ। ਸੋ ਜਿਹੜਾ ਚੰਗਾ ਕੰਮ ਕਰਨਾ ਹੋਵੇ, ਗੁਰਦੁਆਰੇ ਆਉਣਾ ਹੋਵੇ, ਉਹ ਤਾਂ ਰੱਬ ਭੇਜੂਗਾ। ਜੇ ਠੇਕੇ 'ਤੇ ਜਾਣਾ ਹੋਵੇ ਤੇ ਮੈਂ ਆਪਣੀ ਮਰਜ਼ੀ ਨਾਲ ਜਾਊਂਗਾ, ਉੱਥੇ ਨਹੀਂ ਰੱਬ ਦਾ ਨਾਮ। ਇਸ ਵਾਸਤੇ ਜਿਹੜੇ ਕੰਮ ਕਰਨ ਨੂੰ ਸਾਡਾ ਜੀਅ ਨਾ ਕਰੇ, ਆਪਾਂ ਕਹਿੰਦੇ ਹਾਂ ਵੀ ਇਹ ਤਾਂ ਰੱਬ ਦੇ ਵਾਸੀ ਹੈ ਜੀ, ਇਹ ਤਾਂ ਰੱਬ ਹੀ ਕਰਾਊਗਾ। ਤੇ ਜਿਹੜੀ ਚੀਜ਼ ਸਾਨੂੰ ਗੋਲ ਗੱਪੇ ਉਹ ਰੱਬ ਥੋੜ੍ਹਾ ਖਵਾਉਂਦਾ, ਸਾਡਾ ਜੀਅ ਕਰਦਾ ਆਪਾਂ ਖਾਂਦੇ ਹਾਂ।
कि उसका गिलास महाराज ने थोड़ा फड़ाना, अमृत महाराज ने छकाना है, वो महाराज छकाऊगा ना छकांगे, दूस साड़ी मर्जी अपनी मर्जी ना पियाँगे। दसो कितनी को बड़ी सियाणप है, तो चंगी गल थोड़ा ना। तो इस वास्ते महाराज सच्चे पातशाह जिन्हें सानू मुल्खा दे दी है, गुरसिखा के कारजां नूं दिता है। पंजाब की धरती ते असीं वासी हाँ, जिथे गुरु साहिबाना ने अवतार धारिया, इन्नी उच्ची ते सुच्ची गुरबाणी सानू समझाउण खातर विचारी है। इन्ना कथा कीर्तन गुरु घर दे विच जिउं सवेर के 2 बजे तो लैके रात के 10 बजे तक नितनेम सिमरन भजन उपदेश होता है। उन्हें फर्ज तो साडा ही है कि असीं महाराज का उपदेश सुनीए ते आपका जीवन गुरु महाराज के उपदेश मुताबिक ढालना करिए। इसलिए पातशाह जी कथन करते हैं, अंत न साहिब सिमरिया जाई। ये सारी उम्र मैं जो मर्जी करता रहा, मेरी मर्जी है कि जदों मन लगांगे उदों आप अमृत छके ये नाम जप के मुक्त हो जावांगे। अंत के वक्त मालिक नूं याद करन दा टाइम ही नहीं मिलता। इस तरह ही बस अजकल करते हैं काल जप, रावण ने काल पाले ने बन के रखा पर उन्हें मार ना सके, आखिरकार ने उसको मार लिया। जब राम ने अंतम उपदेश पूछया तो राम ने यही आख्या कि जिहड़ा काम कल करना अज कर, अज करना हुणे कर। कबीर का भी उपदेश है कि नहीं विलंब धर्मन विलंब पाप। पंजवें पातशाह का श्रेष्ठ फरमान है कि चंगा काम करन लगे देर ना करो, बुरे काम कर लगे किसी को पुछ लवो। कबीर के वचन ने, कबीर काल करता अब है कर, अब करता सोए ताल, पाछे कुछ न होएगा क्यों सिर पर आवे काल। जिहड़ा काम कल करना अज कर, अज करना हुणे कर, अज का काम कल ते ना छड़। सियाणे ने कहना तो इसलिए चंगे काम की देर करी। पर साडा सुभाव है चंगियाई आलप करे, आलप नाम है आलस का। बुराई होए शेर, बुरे काम ਲਈ शेर या शेर। ये नानक अजकल आपसी गाफल खादी फेर, ये गाफल नहीं वाले हैं तो गाफल कोई फिरदा महाराज जी उपदेश में कौन करता है आज या कल, नहीं तो परसों तो पक्का ही है। परों आज के काल तेरे गल दे विच काल की फाटी पैण वाली है। जे कोई कहे भाई गुरदास जी कहते ने कि जैसे कल लग गया जाग कुआ को जो चाह, मेरे घर अग लग गई है कि जाग के अग लगी तो बाद मैं खूह पुटा, खूह पुट के पानी कट के अग बुझावा, इंज किवें हो सकता है। तो इस तरह कर दिया तो दसन वाले ने समझाया कि भलिया मानसा ये काम तेन पहला करना चाहिए। हम तो कल खूह पुटेगा, कल पानी निकलेगा, कल तो अग बुझाएगा, उन्हें जो तो घंटा सेकंडा नहीं काम हो जाता। जैसे कर लग आग जाग कुआ को त्यो चाहे, कारज न सिद्ध हुए रोए पछोताई है। काम कोई सवरेगा नहीं, बंदा रोएगा बखड़ा मार मार पछताएगा कि मैं चंगा काम क्यों नहीं किया, वो टाइम हो गया, समा हो गया। इसलिए हौली हौली भावें कीड़ी भी चाल ही तुरे है, कछू कमा भी कितना कितने पहुँच ही जाता है। जे कहूँगा कि मैं पूरी दौड़ ही लानी है, कई बार एकदम दौड़ लाने के नाल साह टुट के बंदा घुस के डिग भी पैंदा। जो कंपीटिशन च भाग लैण वाले ने पुलिस की या फौज की दौड़ को वही पास करते हैं जो डेली अपना साथ पाते हैं। डेली अमृत वेले उठ के घंटा डेढ़ घंटा वो दौड़ते हैं। मेरे वर्गे ने तो 4 कदम नहीं दौड़ सकता।
ਉਹਦਾ ਤੁਰਦੀ ਸਾਹ ਚੜ ਜਾਊਗਾ। ਜਿੰਨਾ ਚਿਰ ਬੈਠ ਨਾ ਜਾਏ ਉਹਨਾਂ ਚਿਰ ਸਾਹ ਨਹੀਂ ਲੱਗਦਾ। ਉਹ ਐਕਸਰਸਾਈਜ਼ ਤਾਂ ਕਰਨੀ ਹੋਊਗੀ ਜੇ ਕੰਪੀਟੀਸ਼ਨ 'ਚ ਭਾਗ ਲੈਣਾ। ਆ ਜਿਹੜੇ ਪਹਿਲਵਾਨ ਨੇ, ਜੇ ਕੋਈ ਕਹੇ ਕਿ ਜਦੋਂ ਮੇਲਾ ਆਊਗਾ ਕਿ ਮੈਂ ਕੁਸ਼ਤੀ ਜਿੱਤ ਕੇ ਘਰ ਨੂੰ ਆ ਜਾਵਾਂਗਾ, ਇਸ ਤਰ੍ਹਾਂ ਨਹੀਂ ਹੁੰਦਾ। ਉਹ ਡੇਲੀ ਮਾਲਾ ਖਾੜੇ ਵਿੱਚ ਜਾ ਕੇ ਘੋਲ ਕਰਦੇ ਨੇ, ਅੱਗ ਦਾ ਜ਼ੋਰ ਕਰਦੇ ਨੇ, ਦਾਹ ਪੀਏ ਉਹਨਾਂ ਦਾ ਅਭਿਆਸ ਕਰਦੇ ਨੇ, ਤਾਂ ਹੀ ਉਹ ਪਹਿਲਵਾਨ ਕੁਸ਼ਤੀਆਂ ਜਿੱਤ ਗਏ, ਇਹ ਇਨਾਮ ਪ੍ਰਾਪਤ ਕਰ ਸਕਦੇ ਨੇ। ਇਸੇ ਤਰ੍ਹਾਂ ਇਹ ਗੁਰਸਿੱਖੀ ਦਾ ਮਾਰਗ ਹੈ। ਉਹ ਆਪਣੇ ਮਨ ਨੂੰ ਪੱਕਾ ਕਰਨ ਲਈ ਕਥਾ ਕੀਰਤਨ ਸੁਣਨ ਦੀ ਲੋੜ ਹੈ। ਅਸੀਂ ਅੰਮ੍ਰਿਤ ਛਕ ਕੇ ਉਹਦੀ ਰਹਿਤ ਨੂੰ ਛੱਡ ਕਿਉਂ ਦਿੰਦੇ ਹਾਂ? ਪਹਿਲੀ ਗੱਲ ਤਾਂ ਅੰਮ੍ਰਿਤ ਛਕਣ ਤੋਂ ਬਾਅਦ ਆਪਾਂ ਗੁਰੂ ਘਰ ਨਿਯਮ ਦੇ ਨਾਲ ਨਹੀਂ ਆਉਂਦੇ। ਬੰਦਾ ਕੁਛ ਨਾ ਕਰੇ, ਇਕੱਲਾ ਮੱਥਾ ਟੇਕਣੇ ਸ਼ੁਰੂ ਕਰ ਦੇ, ਇਹਦੇ ਨਾਲ ਹੀ ਹੌਲੀ ਹੌਲੀ ਮਨ ਵੱਧ ਜਾਂਦਾ। ਨਾ ਤਾਂ ਨਮਸਕਾਰ ਕਰਨ ਆਉਂਦੇ ਆ, ਕਦੀ ਸਵੇਰੇ ਨਹੀਂ ਕਦੀ ਸ਼ਾਮ ਨਹੀਂ, ਮਨ 'ਚ ਸ਼ੌਂਕ ਹੀ ਨਹੀਂ ਹੈ ਗੁਰੂ ਘਰ ਦੀ ਹਾਜ਼ਰੀ ਭਰਨ ਦਾ। ਕਥਾ ਤਾਂ ਮੁਕਤੀ ਹੋਈ ਨਹੀਂ ਸੁਣੀ ਦੀ, ਸੋਚੀਦਾ ਵੀ ਇਹ ਸਾਡੇ ਲਈ ਨਹੀਂ ਹੈ, ਇਹ ਕਿਸੇ ਹੋਰ ਵਾਸਤੇ ਹੈ। ਮੈਂ ਵੀ ਇਹੀ ਸੋਚਦਾ, ਤੁਸੀਂ ਵੀ ਇਹੀ ਸੋਚਦੇ ਹੋਵੋਗੇ ਇਹ ਸਾਡੇ ਲਈ ਥੋੜ੍ਹਾ, ਇਹ ਕਿਸੇ ਹੋਰ ਵਾਸਤੇ ਹੈ। ਕੀਰਤਨ ਵੀ ਬਸ ਮਨੋਰੰਜਨ ਦਾ ਸਾਧਨ, ਇਹ ਆਮ ਖੁਸ਼ੀ ਮਿਲ ਰਹੀ ਹੈ ਕੀ ਹੋ ਰਿਹਾ, ਚੜ੍ਹਦੀ ਕਲਾ ਦੀ ਨਮਸਕਾਰ ਕਰੋ। ਸ਼ਬਦ ਕੀ ਚੱਲ ਰਿਹਾ ਹੈ, ਗੁਰੂ ਸਾਹਿਬ ਉਪਦੇਸ਼ ਕੀ ਦੇ ਰਹੇ ਨੇ, ਉਹ ਕਦੀ ਬੈਠ ਕੇ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ। ਮਨ ਪੱਕੂਗਾ ਜਿਵੇਂ ਉਲਟੇ ਸਾਹਿਬ ਅਲਮਾਰੀਆਂ ਭਰੀਆਂ ਪਈਆਂ ਨੇ, ਗੁਰਮੁਖ ਪਿਆਰੇ ਇਕੱਠੇ ਹੋਏ। ਕਹਿੰਦੇ ਵੀ ਦਿੱਲੀ ਦੇ ਗੁਰਸਿੱਖਾਂ ਨੇ ਉਪਰਾਲਾ ਕੀਤਾ ਹੈ, ਉਹ ਸਾਰੇ ਸਰਕਾਰੀ ਅਫਸਰ ਰਿਟਾਇਰ ਹੋਏ ਨੇ, ਜੱਜਾਂ ਨੂੰ ਵੀ ਕਦੋਂ ਉਹ ਸੇਵਾ ਕਰਦੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ। ਬਿਰਧ ਗੁਰੂ ਸਾਹਿਬ ਦੇ ਸਰੂਪ ਤੇ ਬਿਰਧ ਪੋਥੀਆਂ ਗੁਟਕੀਆਂ ਸਾਹਿਬ ਦੇ, ਉਹਨਾਂ ਨੂੰ ਉੱਥੇ ਬੁਲਾਇਆ। ਕੁਛ ਸੰਗਤਾਂ ਬਿਰਧ ਗੁਟਕੇ ਪੋਥੀਆਂ ਦੇ ਰਹੀਆਂ, ਉਹ ਤਾਂ ਆਪਾਂ ਬੈਗ ਭਰ ਕੇ ਉਹਨਾਂ ਨੂੰ ਦੇਣੀ ਸਨ। ਕਿ ਤੇਰੇ ਵੀ ਜਿੰਨੀਆਂ ਬਾਰੀਆਂ ਭਰੀਆਂ ਪਈਆਂ ਨੇ, ਇਹਨਾਂ ਚੋਂ ਬਸ 10, 15, 20 ਥੋੜੇ ਜਿਹੇ ਰੱਖ ਲਓ, ਬਾਕੀ ਸਭ ਛਕਾ ਦਿਓ। ਨਵੇਂ ਚੰਗੇ ਬੜੇ ਸੋਹਣੇ, ਇਹਦੇ ਮਨ ਨੂੰ ਬੜਾ ਧੋਖਾ ਲੱਗਾ। 4 ਘੰਟੇ ਬੈਠੇ ਰਹੇ ਆਪਾਂ, ਉਹਨਾਂ ਭਾਵੇਂ ਨਾਰਾਜ਼ਗੀ ਕੀਤੀ, ਇਹ ਚੰਗਾ ਦਿੰਦਾ ਰੱਖਿਆ ਵੀ ਹੈ ਸਾਡਾ ਸੇਵਾਦਾਰ, ਸਾਡੀ ਗੱਲ ਹੀ ਨਹੀਂ ਮੰਨਦਾ। ਮੈਂ ਮਹਿਸੂਸ ਕੀਤਾ ਵੀ ਮੈਂ ਗੁੱਸਾ ਕੀਤਾ, ਨਾ ਤਾਂ ਮਹਾਰਾਜ ਦਾ ਸਰੂਪ ਮੈਂ ਉੱਥੋਂ ਜਾਣ ਦਿੰਦਾ। ਇਹ ਕੁੰਗਲ ਭਾਸ਼ਾ ਦਾ ਪੱਤਰ ਹਵਾ ਦੇ ਨਾਲ ਖੰਡਿਤ ਹੋਇਆ ਤੇ ਮੈਂ ਕਿਹਾ ਜੀ ਤੇਲ ਲਾ ਦਿੰਦੇ ਆ, ਕਹਿੰਦੇ ਮਹਾਰਾਜ ਨੇ ਚੁਭੂਗੀ। ਮੈਂ ਕਿਹਾ ਜੀ ਖੂਨ ਲਾ ਦਿੰਦੇ ਆ, ਕਹਿੰਦੀ ਉਹ ਵੀ ਚੁਭੂਗੀ। ਤੇ ਮੈਂ ਕਿਹਾ ਵੀ ਮਹਾਰਾਜ ਦਾ ਸਰੂਪ ਆਪਾਂ ਏਡੀ ਦੂਰ, ਜੇ ਹੁਣ ਸਾਨੂੰ ਕੋਈ ਆ ਕੇ ਵੀ ਬਿਨਾਂ ਮਤਲਬ ਤੋਂ ਟਿਕਟ ਚਲਾਓ ਤੇ ਦੌੜ ਜਾਓ, ਸਾਡਾ ਤਾਂ ਔਖਾ ਹੀ ਕੀ ਨਹੀਂ ਕਰਦਾ। ਇੰਨੀ ਦੂਰ ਖੇਚਲ ਦੇਣੀ ਗੁਰੂ ਸਾਹਿਬ ਕਿ ਮੈਂ ਤਾਂ ਸਰੂਪ ਨਹੀਂ ਜਾਣ ਦੇਣਾ। ਸਰੂਪ ਤਾਂ ਅੱਗੇ 4 ਨੇ, 4 ਸਰੂਪਾਂ ਦੇ ਵਿੱਚ ਇੱਕ ਚਲਾ ਗਿਆ ਤੇ ਸਾਡਾ ਕੀ ਕੰਮ ਹੈ? ਸਾਡਾ ਤਾਂ ਕੰਮ ਹੀ ਮਹਾਰਾਜ ਦੇ ਨਾਲ, ਜੇ ਮਹਾਰਾਜ ਹੀ ਨਹੀਂ ਆਪਾਂ ਕੀ ਕਰਾਂਗੇ? ਇਹ ਤਾਂ ਗੱਲ ਬਣਦੀ ਨਹੀਂ। ਕਹਿੰਦੇ ਗੁਟਕੇ ਸਾਹਿਬ ਕੋਈ ਪੜ੍ਹਦਾ ਤਾਂ ਹੈ ਨਹੀਂ। ਅੱਜ ਕੱਲ੍ਹ ਜ਼ਮਾਨਾ ਤਾਂ ਮੋਬਾਇਲਾਂ ਦਾ, ਤੁਸੀਂ ਵੀ ਵੇਖਿਆ ਹੋਊਗਾ, ਸੰਗਤਾਂ ਮੋਬਾਇਲ ਤੋਂ ਗੁਰਬਾਣੀ ਪੜ੍ਹਦੀਆਂ ਹੋਣਗੀਆਂ। ਮਤਲਬ ਗੁਟਕੇ ਸਾਹਿਬ ਬਾਰੀਆਂ ਦੇ ਵਿੱਚ ਬਾਰੀਆਂ ਭਰੀਆਂ ਪਈਆਂ ਨੇ, ਸਾਡੇ ਮਨ 'ਚ ਸ਼ੌਂਕ ਨਹੀਂ ਹੈ ਵੀ ਗੁਰਬਾਣੀ ਦੇ ਦਰਸ਼ਨ ਕਰੀਏ। ਸ੍ਰੀ ਗੁਟਕਾ ਸਾਹਿਬ ਪ੍ਰੋਪਰ ਤੌਰ 'ਤੇ ਕਈਆਂ ਨੇ ਮੈਨੂੰ ਸਵਾਲ ਭੇਜੇ ਫੋਨ 'ਤੇ ਜਾਂ ਵੈਸੇ ਪੁੱਛਦੇ ਨੇ ਕਿ ਸਾਡੇ ਕੋਲ ਟਾਈਮ ਨਹੀਂ ਜੀ, ਆਪਾਂ ਮੋਬਾਇਲ ਤੋਂ ਸਹਿਜ ਪਾਠ ਕਰ ਲਈਏ।
ਟੈਬਾਂ ਮੇਰੇ ਕੋਲ ਵੀ ਪਈਆਂ 2-4 ਮੋਬਾਈਲ ਵੀ ਹਨ। ਫਿਰ ਤਾਂ ਮੈਂ ਕਿਹਾ ਵੀ ਇੱਕ ਦਿਨ ਇਹ ਵੀ ਆਊਗਾ ਕਿ ਚੁੱਪ ਕਰਕੇ ਸਹਿਜ ਪਾਠ ਪਾਠੀ ਤੋਂ ਵੀ ਕਰਾਉਣਾ, ਆਪ ਹਾਜ਼ਰੀ ਵੀ ਸਮਾਜ ਦਾ ਪ੍ਰਕਾਸ਼ ਵੀ ਕਰਨਾ, ਮੋਬਾਈਲ 'ਤੇ ਵੀ ਲਾ ਲਓ ਤਾਰ, ਬੜਾ ਸੋਹਣੀ ਆਵਾਜ਼ ਉਹਦੀ 'ਚ ਆਉਂਦੀ ਹੈ। ਇਹ ਤਾਂ ਪੋਥੀ ਕੁੱਟ ਗਿਆ ਮਹਾਰਾਜ ਦੀ ਲੋੜ ਹੀ ਨਹੀਂ। ਉਹ ਜਿੰਨਾ ਬੰਦਾ ਢਿੱਲਾ ਪਈ ਜਾਊ ਉਹਨਾਂ ਅੱਗੇ ਜਿੱਦੇ ਮਰਿਆਦਾ ਲਈ ਹੋਈ ਜਾਊ। ਆਪ ਦਾ ਨਿਤਨੇਮ ਤੇ ਸ੍ਰੀ ਸਹਿਜ ਪਾਠ ਨਿਤਨੇਮ ਲਈ ਸਿੰਘ ਸਾਹਿਬ ਭਾਈ ਮਣੀ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਪਹਿਲੇ ਹੈਡ ਗ੍ਰੰਥੀ, ਉਹਨਾਂ ਨੇ ਸਾਡੀ ਸੋਚ ਵਾਸਤੇ ਪੋਥੀਆਂ ਗੁੱਟ ਕੇ ਸਾਹਿਬ ਬਣਾਏ ਨੇ। ਇਹ ਉਹਨਾਂ ਦੀ ਦੇਣ ਹੈ, ਉਹਨਾਂ ਦਾ ਪਾਲਕਾਰ ਹੈ ਤੇ ਅਸੀਂ ਗ੍ਰਸਤੀ ਬੰਦੇ ਮਜਬੂਰੀ ਕਾਰਨ ਗੁਰੂ ਸਾਹਿਬ ਦੀ ਹਾਜ਼ਰੀ ਨਹੀਂ ਕਰ ਸਕਦੇ। ਇਸ ਲਈ ਪੋਥੀਆਂ ਗੁੜਤਿਆਂ ਤੋਂ ਆਪਾਂ ਨੇ ਨਿਤਨੇਮ ਕਰਨਾ ਹੈ। ਜੇ ਸ੍ਰੀ ਸਹਿਜ ਪਾਠ ਕਰਨਾ ਹੈ, ਜੇ ਤਾਂ ਸਾਡੀ ਭੈਣ ਹੈ, ਕੋਈ ਮਾਈ ਬੀਬੀ ਹੈ, ਉਹਦੀ ਘਰ ਦੀ ਮਜਬੂਰੀ ਹੈ, ਉਹਦਾ ਸਮਾਂ ਨਹੀਂ ਲੱਗਦਾ ਜਾਂ ਸਰੀਰ ਢੰਗ ਮੱਠ, ਉਹਨਾਂ ਲਈ ਸਹਿਜੀਆਂ ਹਨ। ਜਿਹੜੇ ਮੇਰੇ ਵਰਗੇ ਚੰਗੇ ਬਣੇ ਨੇ, ਆਪਦੇ ਆਪ ਨੂੰ ਸਿੰਘ ਸਾਹਿਬ ਹੁੰਦੇ ਨੇ। ਸਾਡਾ ਤਾਂ ਟਾਈਮ ਹੀ ਗੁਰਦੁਆਰੇ ਦਾ, ਤੇ ਫਿਰ ਵੀ ਜੇ ਬੰਦਾ ਸੋਚੇ ਵੀ ਮੈਂ ਮਹਾਰਾਜ ਦੀ ਹਜ਼ੂਰੀ 'ਚ ਆਈ ਹਾਂ, ਉੱਚੇ ਗੱਲਾਂ ਮਾਰੀ ਜਾਓ, ਉੱਚੇ ਸਭ ਕੁਝ ਉਹ ਚੀਜ਼ ਤੋਂ ਵੀ ਪ੍ਰਭਾਵ ਨਹੀਂ ਮੰਨੀ ਹੈ। ਘਰ ਦੇ ਵਿੱਚ ਨਿਆਣਿਆਂ ਦਾ ਰੌਲਾ ਰੱਪਾ 100 ਗੱਲਬਾਤ ਹੋ ਸਕੇ ਤਾਂ ਗੁਰੂ ਸਾਹਿਬ ਦੀ ਹਜ਼ੂਰੀ ਸ੍ਰੀ ਸਹਿਜ ਪਾਠ ਹੋਵੇ। ਮਹਾਰਾਜ ਤੋਂ ਵੇਖ ਕੇ ਕਰਤਾ ਸੈਂਤੀ ਤੋਂ ਵੀ ਸਕਦੇ ਆ, ਪਰ ਕੋਸ਼ਿਸ਼ ਕਰੀਏ ਵੀ ਗੁਰੂ ਸਾਹਿਬ ਦੇ ਦਰਸ਼ਨ ਹੋਣ। ਨਾਲੇ ਤਾਂ ਮਹਾਰਾਜ ਦੇ ਦਰਸ਼ਨ ਤੇ ਨਾਲੇ ਗੁਰਬਾਣੀ ਦਾ ਪਾਠ। ਤੋ ਜਿਵੇਂ ਜਿਵੇਂ ਢੇਰ ਮੱਠ ਹੁੰਦੀ ਜਾਊ, ਜਿਵੇਂ ਪੁਰਾਤਨ ਪ੍ਰਸਿੱਧ ਸ੍ਰੀ ਸਹਿਜ ਪਾਠ ਕਰਿਆ ਕਰਾਇਆ ਕਰਦੇ ਸਨ। ਹਫ਼ਤੇ 10 ਦਿਨਾਂ ਬਾਅਦ, 15-20 ਦਿਨਾਂ ਬਾਅਦ, ਜਿਵੇਂ ਜਿਵੇਂ ਸਮਾਂ ਜਿਵੇਂ ਜਿਵੇਂ ਭੋਗ ਪਾਉਂਦੇ, ਇਹ ਸਿੰਘ ਚੰਗਾ ਜਗ੍ਹਾ ਦੇ ਵਿੱਚ ਜਲਦੀ ਭੋਗ ਪਾਉਣਾ ਚਾਹੁੰਦੇ, ਫਿਰ ਅਖੰਡ ਪਾਠ ਸਾਹਿਬ ਦੀ ਮਰਿਆਦਾ ਸ਼ੁਰੂ ਹੋਈ। ਸਾਡੇ ਸਮਾਜ ਦੇ ਵਿੱਚ ਵੀ ਜਦ ਕੋਈ ਵਿਆਹ ਸ਼ਾਦੀ ਹੈ, ਕੋਈ ਮਰਗ ਆਦਿ ਹੈ, ਤਾਂ ਆਪਾਂ ਰੱਖਣਾ ਸਹਿਜ ਪਾਠ ਚਾਹੀਦਾ। ਪਰ ਜਗ੍ਹਾ ਦੀ ਪ੍ਰੋਬਲਮ ਹੈ, ਸਮੇਂ ਦੀ ਮੁਸ਼ਕਿਲ ਹੈ, ਸੋਚੀਦਾ ਵੀ ਅਖੰਡ ਪਾਠ ਠੀਕ ਹੈ। ਹੁਣ ਅਖੰਡ ਪਾਠ ਤੋਂ ਵੀ ਅੱਗੇ ਕੰਮ ਲੰਘ ਗਿਆ, ਠੱਗ ਗਿਆ। ਹੁਣ 3 ਦਿਨ ਵੀ ਕਿੱਥੇ ਬੈਠੇ ਰਹੋ, ਇਕੱਲਾ ਸੁਖਮਨੀ ਸਾਹਿਬ ਦਾ ਪਾਠ ਹੀ ਕਰਾ ਲਓ, ਇਹ ਵੀ ਠੀਕ ਹੈ। ਤੇ ਹੈ ਤਾਂ ਬਾਣੀ ਦਾ ਬਿੰਦ ਮਹਾਰਾਜ। ਇੱਕ ਵਾਰ ਹੈ ਤਾਂ ਬੜੇ ਪ੍ਰੇਮੀ ਸ਼ਰਧਾ ਗੁਰੂ ਪਿਆਰੇ ਇੱਥੇ ਹਣ ਦੀ ਗੱਲ ਕਹਿੰਦੇ ਜੀ ਕੀਰਤਨ ਕਰਾਉਣਾ ਹੈ। ਮੈਂ ਕਿਹਾ ਜੀ ਕੀ ਹੋਇਆ, ਅਰਦਾਸ ਕਾਹਦੀ ਕਰਾਉਣੀ ਹੈ? ਕਹਿੰਦੇ ਮਰਗ ਦੀ ਅਰਦਾਸ ਹੈ ਤੇ ਸ਼ਬਦ 3 ਹੀ ਪੜ੍ਹਨੇ, ਸਾਡੇ ਕੋਲ ਟਾਈਮ ਨਹੀਂ ਹੈ। ਸਿੰਧੀ ਪ੍ਰੇਮੀ ਸਹੀ ਹੈ, ਮਤਲਬ ਸਮਾਂ ਉਹਨਾਂ ਦੀ ਹੈ। 3 ਸ਼ਬਦਾਂ ਦਾ ਕੀਰਤਨ ਕਰਾਉਣਾ। ਮੈਂ ਬੜਾ ਹੈਰਾਨ ਹੋਇਆ ਕਿ ਬੰਦੇ ਨੂੰ ਮੁਕਤ ਕਰਨਾ ਹੈ ਤੇ ਉਹ ਵੀ 20 ਜਾਂ 25 ਮਿੰਟਾਂ ਦੇ ਵਿੱਚ 3 ਸ਼ਬਦ, ਅੱਧੇ ਘੰਟੇ ਦੀ ਅਰਦਾਸ ਕਰਨਾ ਸਮਾਂ ਹੀ ਨਹੀਂ ਹੈ। ਮੈਂ ਵੀ ਫਿਰ ਮਹਾਰਾਜ ਨੂੰ ਇਹੀ ਆਖਿਆ ਵੀ ਸੱਚਿਆ ਪਾਤਸ਼ਾਹ ਸ਼ਬਦ ਇਹਨਾਂ 3 ਨਹੀਂ ਪੜ੍ਹਾਏ ਨੇ, ਤੇ ਪੁਰਾਣਾ ਬੰਦਾ ਤੇਰੇ ਚਰਨਾਂ 'ਚ ਪਹੁੰਚ ਚੁੱਕਾ। 3 ਸ਼ਬਦਾਂ ਦਾ ਮਹੱਤਵ ਮੈਨੂੰ ਬਖਸ਼ੀਏ, ਜਿਵੇਂ ਤੇਰੀ ਖੁਸ਼ੀ ਹੈ, ਤੇਰੀ ਮਰਜ਼ੀ ਹੈ। ਤੇ ਹੁਣ ਆਪਾਂ ਅਰਦਾਸ ਕੀ ਕਰ ਸਕਦੇ ਹਾਂ, ਦੱਸੋ? ਇਹੀ ਕਰਾਂਗੇ। ਸੱਚਮੁੱਚ ਹੀ ਮੈਂ ਇਸ ਤਰ੍ਹਾਂ ਆਖਿਆ ਕਿ ਮਹਾਰਾਜ ਜੀ ਸ਼ਬਦ 3 ਨਹੀਂ ਪੜ੍ਹਾਏ ਨੇ, ਚੌਥੇ ਦੀ ਆਗਿਆ ਨਹੀਂ ਦਿੱਤੀ ਹੈ। ਗੱਲ ਕਰਨ ਦਾ ਤਰੀਕਾ ਵੀ ਹੁੰਦਾ, ਤੇ ਆਪਾਂ ਵੀ ਅੱਗੇ ਫਿਰ ਮਹਾਰਾਜ ਨੂੰ ਹੀ ਸੈਂਡ ਕਰਦਾ। ਗੁਰੂ ਸਾਹਿਬ ਭਾਵੇਂ ਦੇਣ ਦਿਆਲ ਨੇ, एक चित एक शिव ध्यायो काल खास के बीच ना। तो गुरु सिंह साढ़े की कृपा करना महाराज जी ने ਅੰਤ ਨ ਸਾਹਿਬਾ ਸਿਮਰਿਆ ਜਾਈ। सारी उम्र का
करते रहे, यादियाँ कमाते रहे, शराबा कबाबा उड़ाते रहे। तो मर लगिया क्या भी हम मेथों का कुछ हो नहीं सकिया, मेरे पुत्रो मेरा पाठ करा दो या लंगर करा दो। ये दसो किन्ना दिनों के आप कर सकते हैं? अगले ने आप खुद नहीं किया तो असी वो बारे की कर सकते हैं? जिन्हें आप नहीं आपके बारे किया दूजा बंदा का की सवार सकता है? फरीदा आप सवार है, मैं मिले खुद अपना आप सवारना होगा। नौंदे धोंदे कपड़े लीड़े चेंज करते असं आपकी क्रिया खुद आप करते हैं। दस्तार की गल ही ला लो, मैनू मुंडे आते भी हम कागज आ गया भी हम फड़की नहीं चलनी। तो मैं क्या जी मैनू तो दस्तार बनने की जांच नहीं, कहते लै असी बन जाएंगे इको दिन बनी तो मैं होर तरह लगा। किसी की बनी हुई दस्तार उही महसूस होता, दूजे दिन फिर जितना का होया हौली हौली। तो आपकी क्रिया घट्टो घट दस्तार आप बनांगे तो ही सही है। इसी तरह आपके भले वास्ते कोई भी नितने में पाठ होया है, जिउंदे जी हौली हौली करी जावांगे तो ही खजाना जमा होगा। तो दो चौ दिनों के बड़ा की बन सकता है? ये गल सही है जो महाराज जी मर्यादा है। ये मत में पिछे कोई रोग सी सो मैं मोह ना पाया, साढ़े मन च राग होता है। ये बाकी विछड़ी आत्मा के वस में कुछ भी नहीं। अगे उन्हें रिश्तेदारों का फर्ज बनता है कि उन्हें आत्मा अरदास कराउण, पर फिर भी जे आप आखिए भी मरिया तो बाद कोई भोग पा के लंगर लगा के साडा घर सारा कर देगा, ये गल मेरे ख्याल मुताबिक सही नहीं बनती। फल तो मिलता है पर जे खुदा कोशिश की होवे, इसलिए अंत न साहिब सिमरिया जाइए, अंत को मार्ग याद नहीं होना है। जिमें दिने जोड़ा काम करिए सुते में रात को भी उही सुपना आता है। इंज ही जो जिंदगी के दौरान काम किए हो मर लगिया सारा कुछ अखा की आता है। एक ब्रह्म ज्ञानी पूर्ण महापुरख मैं उन्होंने मानता हाँ कि रब का रूप से नानक ब्रह्म ज्ञानी आप परमेश्वर। एक बुढ़ा दल है, एक तरना दल बाबे बकाले साढ़े को। तरना दल के मुखी महापुरुष बाबा बिशन सिंह जब चढ़ाई कर लगे तो वह भी कुछ उची बोलना लग पे परे करो अपना सुभाव बड़ा गाड़ी बड़ा सख्त से महापुरुष ज्यादा सख्त सुभाव वाले होंगे। कहते की होया बाबा जी कहते बकरे परा करो मेरी छाती से भार परा करो। वो मुक्ति मांगते सी बाबा जी मुक्त करो सारा इन्ना कुछ होया जिंदगी के दौरान थोड़े हुक्म मुताबिक कि असीं हुण कित्थे जाइए हुण तुसीं दसो। ब्रह्म ज्ञानी बोल रहा है जे तो उहदे च ताकत है रब की कृपा वाली ताकत होंदी भी है जिन्होंने मर्जी तार दे। हम साढ़े वर्गे तो आप नहीं कर सकते तो बकरिया को दसो कितों उतारोगे? जे बंदा पूछे अगे जी झटका करने कल्याण वो तो कल्याण होती वो भलिया मानसा तेरा तो बेड़ा गर्क हो गया। खा के तो रोटी जपजी साहब नहीं पढ़िया जाता। मैंने बाबा ठाकर साहब अपने भी 5 पाठ कराया कर जपजी साहब मैं एक बार करता बकरा खा के मैं कितों मुक्त कर दूँ मैं दसो भाई। इस वास्ते लंगर छके जपजी साहब का पाठ नहीं होता तो एक रूह की कल्याण आप किमें कर सकते हैं दसो? इसलिए सोचना पड़ेगा कि आप की कर रहे हैं। ये गल तो सही है कि संगत के जोड़ा बकरा वरत्या जाए वह भला हो जाता मुक्ति हो जाती, पर संगत भी स्ट्रॉन्ग हो ही चढ़ती कला होती है। साड़ी कोई ताकत नहीं है। गुरु साहब तो सब कला समर्थ सीगे वो तो मृतक को पायो तन सासा मरिया मेरे जान पा देंगे राम राय और औरंगजेब ने बकरा भेंट किया
ਤੇ ਰਾਮ ਰਾਏ ਨੇ ਆਪ ਤਾਂ ਨਹੀਂ ਖਾਧਾ, ਵੱਢ ਕੇ ਵਰਤਾਤਾ ਮੰਨੂ ਦੇ ਢਿੱਲੇ। ਅਗਲੇ ਦਿਨ ਕਾਜੀ ਨੂੰ ਭੇਜਤਾ ਕਿ ਬੱਕਰਾ ਮੇਰੇ ਮੁੰਡੇ ਦਾ ਸੀਗਾ ਤੇ ਮਹਾਰਾਜ ਸਾਡਾ ਬੱਕਰਾ ਵਾਪਸ ਦਿਓ। ਔਰੰਗਜ਼ੇਬ ਨੇ ਸੁਨੇਹਾ ਭੇਜਤਾ, ਉਹ ਕਹਿੰਦਾ ਕੋਈ ਹੋਰ ਲੈ ਲਾ, ਕਹਿੰਦਾ ਨਹੀਂ ਉਹੀ ਚਾਹੀਦਾ। ਤੇ ਰਾਮ ਰਾਏ ਨੇ ਵੀ ਖੱਲ ਸਾਂਭ ਕੇ ਰੱਖੀ ਸੀ ਕਿ ਉਹਦੀ ਚਮੜੀ ਸੀ, ਤੇ ਚਮੜੀ 'ਚ ਹੱਡ ਪਾ ਕੇ ਤੇ ਉਹਨੇ ਛੱਟਾ ਮਾਰਿਆ ਸਤਿਨਾਮ ਵਾਹਿਗੁਰੂ ਕਰਕੇ, ਤੇ ਬੱਕਰਾ ਤੁਰਨ ਲੱਗ ਪਿਆ ਦੀ ਦੌੜ ਲੱਗ ਪਿਆ ਕਿ ਜਾਨ ਪੈ ਗਈ। ਸਵਾਲ ਤਾਂ ਮਾਰਨ ਦਾ ਜੇ ਜਿਉਂਦਾ ਕਰਨ ਦੀ ਸਮਰੱਥਾ ਹੋਵੇ, ਉਹਨੇ ਜਿਉਂਦਾ ਕਰਤਾ। ਪਰ 3 ਟੰਗਾਂ ਵਾਲਾ 1 ਟੰਗ ਉਹਦੀ ਨਹੀਂ ਸੀ। 3 ਟੰਗਾਂ ਵਾਲਾ ਜਦ ਸਭਾ 'ਚ ਭੇਜਿਆ, ਕਹਿਣ ਲੱਗਾ ਕਿ ਟੰਗਾਂ 4 ਵਾਲਾ ਬੱਕਰਾ ਦਿੱਤਾ, ਵਾਪਸ ਆਇਆ 3 ਟੰਗਾਂ ਵਾਲਾ। ਕਹਿੰਦੇ ਉਹ ਜਿਹੜਾ ਕਾਜੀ ਬੈਠਾ ਨਾ, 1 ਟੰਗ ਨੂੰ ਉਹਦੇ ਘਰ ਭੇਜੀ ਸੀ, ਉਹ ਤੋਂ ਉਹਨੂੰ ਕਹੋ ਵੀ 3 ਟੰਗਾਂ ਤੇ ਬੱਕਰੇ ਨੂੰ ਮੈਂ ਬਤਾਇਆ ਤੇ ਮੈਂ ਕਰਦੀਆਂ ਪੂਰੀਆਂ। ਹੁਣ ਜੇ ਤੁਹਾਡੀ ਪਿਓ ਦੀ ਤਾਕਤ ਹੈ ਤੇ ਤੁਸੀਂ ਪੂਰੀ 1 ਟੰਗ ਲਾ ਕੇ ਦਿਓ। ਉਹ ਤੇਰੀ ਕਾਜੀ ਨੇ ਖਾਧੀ, ਉਹ ਟੰਗ ਪੂਰੀ ਨਹੀਂ ਸੀ ਕਰ ਸਕਿਆ। ਇਸ ਵਾਸਤੇ ਆਪਾਂ ਮਹਾਰਾਜ ਦੀ ਰੀਤ ਜਾਂ ਮਹਾਂਪੁਰਖਾਂ ਦੀ ਰੀਤ ਨਹੀਂ ਕਰ ਸਕਦੇ। ਉਹਨਾਂ ਦਾ ਆਪਾਂ ਮੱਥਾ ਹੀ ਟੇਕ ਦਿਆਂ। ਧੰਨ ਬਾਬਾ ਵਿਧੀ ਚੰਦ, ਧੰਨ ਉਹਨਾਂ ਦੇ ਸੰਪਰਦਾ ਧੰਨ ਵਿਧੀ ਚੰਦ, ਬਾਬਾ ਅਵਤਾਰ ਸਿੰਘ, ਬਾਬਾ ਦਿਆਲ ਸਿੰਘ, ਬਾਬਾ ਗੁਰਬਚਨ ਸਿੰਘ ਤੇ ਧੰਨ ਬਾਬਾ ਬਿਸ਼ਨ ਸਿੰਘ ਜੀ। ਤੇ ਇਸੇ ਤਰ੍ਹਾਂ ਅੱਗੇ ਬਾਬਾ ਮੱਖਣ ਸਿੰਘ ਜੀ, ਉਹ ਵੀ ਚੜ੍ਹਾਈ ਕਰਦੇ। ਇੱਕ ਉਹਨਾਂ ਤੋਂ ਪਹਿਲਾਂ ਮਹਾਂਪੁਰਖ ਤੇ ਉਹ ਵੀ ਬ੍ਰਹਮ ਗਿਆਨੀ ਸਨ। ਸਭਨਾਂ ਨੂੰ ਨਮਸਕਾਰ ਹੈ। ਜਿੰਨੀਆਂ ਵੀ ਸੰਪਰਦਾ ਜੋ ਵੀ ਮਰਿਆਦਾ ਸੱਚਖੰਡ ਹਜ਼ੂਰ ਸਾਹਿਬ ਨੂੰ ਇੱਥੇ ਮੱਥਾ ਟੇਕਦੇ, ਪਰ ਅਸੀਂ ਆਪ ਦੇ ਬਾਰੇ ਸੋਚਣਾ ਹੈ। ਕਬੀਰ ਲੇਖਾ ਦੇਣਾ ਸੁਹੇਲਾ, ਜੋ ਦਿਲ ਸੁਚੀ ਹੋਏ ਉਸ ਸਾਚੇ ਦੀਵਾਨ में ਪੱਲਾ ਨਾ ਪਕੜਿਆ ਕੋਈ। ਲੇਖਾ ਤੁਹਾਨੂੰ ਦੇਣਾ ਪੈਣਾ ਹੈ। ਤੁਹਾਡਾ ਪੱਲਾ ਕਿਸੇ ਨੇ ਜੇ ਫਟਾ ਜਾਂ ਧਰਮਰਾਜ ਨੇ ਪੁੱਛਿਆ, ਜਵਾਬ ਤੁਹਾਡੇ ਲੈਣਾ। ਇਹ ਨਹੀਂ ਕਹਿਣਾ ਵੀ ਫਲਾਣੇ ਨੂੰ ਪੁੱਛ ਲਓ, ਉਹਨੇ ਮੈਨੂੰ ਪਿਆਰੀ ਸੀ, ਉਹਨੇ ਖਵਾਇਆ ਸੀਗਾ, ਉਹਨੂੰ ਆਵਾਜ਼ ਮਾਰੋ। ਬਿਲਕੁਲ ਨਹੀਂ। ਲੇਖਾ ਦੇਣਾ ਤੇਰੀ ਜਾਨ। ਜਿੰਦ ਨਵਾਣੀ ਕੱਢੀਆਂ ਅੱਡਾ ਮੂੰਹ ਗੜਕਾਏ। ਕਿਸੇ ਭੈਣ ਨੇ, ਕਿਸੇ ਭਰਾ ਨੇ, ਕਿਸੇ ਪਿਓ ਨੇ, ਕਿਸੇ ਸਾਥ ਸੰਬੰਧੀ, ਕਿਸੇ ਮਿੱਤਰ ਦੋਸਤ ਨੇ ਜੇ ਕੱਢ ਲਿਆ। ਇਸ ਵਾਸਤੇ ਜੋਗੀ ਹੋਵਾ ਜਗ ਭਵਾ, ਘਰ ਘਰ ਭੀਖਿਆ ਲਿਓ। ਦਰਗਾਹ ਲੇਖਾ ਮੰਗੀਆ, ਕਿਸ ਕਿਸ ਪੁੱਤਰ ਦਿਓ। ਉਹ ਜੋਗੀ ਬਣ ਗਿਆ। ਹੁਣ ਜੋਗੀ ਤਾਂ ਇੱਥੇ ਬੈਠਾ ਨਹੀਂ ਹੋਇਆ ਕੋਈ ਕਿ ਜੇ ਆਪਾਂ ਕਹੀਏ ਵੀ ਮਹਾਰਾਜ ਨੇ ਜੋਗੀ ਨੂੰ ਕਮੈਂਟ ਕੀਤਾ, ਜੋਗੀ ਨੂੰ ਉਪਦੇਸ਼ ਹੈ। ਉਪਦੇਸ਼ ਤੇ ਉਹਨੂੰ ਹੈ ਜਿਹੜਾ ਕੰਨਾਂ 'ਚ ਸੁਣ ਰਿਹਾ। ਗੁਰਬਾਣੀ ਦੇ ਵਿੱਚ ਪੰਡਤ, ਬ੍ਰਾਹਮਣ, ਜੋਗੀ, ਸੰਨਿਆਸੀ ਬਾਰ-ਬਾਰ ਅੱਖਰ ਆਉਂਦੇ ਨੇ। ਹੁਣ ਤਾਂ ਕੁਛ ਵੀ ਨਹੀਂ ਹੈ, ਹੁਣ ਤਾਂ ਅਸੀਂ ਹੋਈ ਹਾਂ। ਉਹਨਾਂ ਵਾਲੇ ਕੰਮ ਅਸੀਂ ਜੇ ਫੜ ਲਈਏ ਤਾਂ ਦੱਸੋ ਇਹ ਉਪਦੇਸ਼ ਨਹੀਂ ਵੀ ਉਹਨਾਂ ਲਈ ਸੀ, ਇਹ ਸਾਰਿਆਂ ਵਾਸਤੇ। ਖੱਤਰੀ, ਬ੍ਰਾਹਮਣ, ਸੂਦ, ਵੈਸ ਉਪਦੇਸ਼ ਕਿਉਂ ਕਰਨਾ ਪਸੰਦ ਹੈ। ਮਹਾਰਾਜ ਕਹਿੰਦੇ ਜੋਗੀ ਹੋਵਾ ਜਗ ਭਵਾ। ਜੋਗੀ ਦਾ ਮਤਲਬ ਹੈ ਜੁੜਿਆ ਹੋਇਆ, ਆਪਦੇ ਆਪ ਨੂੰ ਸੰਤ ਬਣ ਕੇ ਧਾਰਮਿਕ ਲਿਬਾਸ ਧਾਰ ਕੇ ਕਹਿਣਾ ਕਿ ਮੈਂ ਧਰਮੀ ਹਾਂ, ਧਰਮ ਦਾ ਮੁਖੌਟਾ ਪਾਉਣਾ, ਮਰਿਆਦਾ ਤੋਂ ਉਲਟ ਕਰਨਾ। ਜੋਗੀ ਹੋਵਾ ਜਗ ਭਵਾ, ਘਰ ਘਰ ਦੇਖਿਆ ਲਿਓ। ਤੇ ਮਾਂ ਸਾਹਿਬ ਨੇ ਵੀ ਦੇਖਿਆ ਕਿ ਅਸੀਂ ਤਾਂ ਬ੍ਰਹਮ ਗਿਆਨੀ, ਸਾਨੂੰ ਕੀ ਹੋ ਸਕਦਾ। ਤੇ ਦਰਗਾਹ ਲੇਖਾ ਮੰਗੀ ਹੈ, ਜਿਸ ਕੀ ਸੁੱਤਰ ਦਿਓ। ਦਰਗਾਹ ਦੇ ਵਿੱਚ ਜੇ ਧਰਮਰਾਜਾ ਲੇਖਾ ਮੰਗੂਗਾ ਜਾਂ ਜਿਹੜੇ ਜਿਨ੍ਹਾਂ ਨੇ ਆਪਾਂ ਜ਼ਿਆਦਤੀ ਕੀਤੀ ਹੈ ਜਾਂ ਜਿਨ੍ਹਾਂ ਕੋਲੋਂ ਲਿਆ ਹੈ, ਜਦੋਂ ਲੇਖਾ ਮੰਗਣਗੇ ਆਪ ਦਾ ਜਵਾਬ ਇਹਨਾਂ ਕੋਲ ਉੱਤਰ ਦੇਣਗੇ। ਇੱਕ ਜਾਣ ਘੇਰਾ ਸਾਰਿਆਂ ਦਾ ਪੈ ਗਿਆ, ਇਹ ਛੁੱਟ ਨਹੀਂ ਸਕਦਾ। ਇਸ ਵਾਸਤੇ ਕਬੀਰ ਲੇਖਾ ਜਿਹੜਾ ਸਹਿਤਾ, ਜੋ ਦਿਲ ਸੋਚੀ ਹੋਏ ਉਹ ਸਾਚੀ ਦੀਵਾਨ में ਪ੍ਰਧਾਨ ਪਤਰੇ ਹੋਏ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅੰਤਨ ਸਾਹਿਬ ਸਿਮਰਿਆ ਜਾਈ। ਸਿਮਰ ਨਹੀਂ ਹੋ ਸਕਦਾ ਹੈ। ਮੌਤ ਇੰਨੀ ਚੁਸਤ ਹੈ, ਇੰਨੀ ਸ਼ੈਤਾਨ ਹੈ
ਕਈ ਗੁਰਮੁਖਾਂ ਦੇ ਨਾਲ ਵੀ ਮੇਰੇ ਕਈ ਵਾਰ ਵਚਨ ਹੋਏ ਤੇ ਜਿਨ੍ਹਾਂ ਤੇ ਰੱਬ ਦੀ ਕਿਰਪਾ ਹੈ। ਉਹਨੇ ਇੱਥੋਂ ਤੱਕ ਵਚਨ ਦੱਸਿਆ, ਕਹਿੰਦੇ ਵਾਹਿਗੁਰੂ ਦੇ ਹੁਕਮ ਮੁਤਾਬਕ ਜੇ ਮਰਦੇ ਬੰਦੇ ਕੋਲ ਮੈਂ ਜਾ ਕੇ ਖੜ ਜਾਵਾਂ, ਇਹ ਜਮ ਤੋਂ ਛੱਡ ਕੇ ਭੱਜ ਜਾਣਗੇ। ਜੇ ਮਿਲ ਗਿਆ ਵੀ ਤੂੰ ਖੜ ਜਿਆ ਕਰ, ਕਹਿੰਦਾ ਨਹੀਂ। ਜੇ ਮਹਾਰਾਜ ਹੁਕਮ ਕਰੇ ਤਾਂ, ਨਹੀਂ ਤਾਂ ਖੜੇ ਖੜੋਤੇ। ਜਿਹਨੂੰ ਤਾਰਨ ਦਾ ਹੁਕਮ ਨਾ ਹੋਵੇ, ਰੱਬ ਦੀ ਮਰਜ਼ੀ ਹੈ ਵੀ ਮੁਕਤੀ ਨਹੀਂ ਕਰਨੀ, ਬਹੁਤ ਇੰਨੀ ਚੁਸਤ ਹੈ, ਉਹ ਕੋਈ ਨਾ ਕੋਈ ਬਹਾਨਾ ਲਾ ਕੇ ਤੋੜ ਦਿਓਗੇ। ਜਿੱਥੇ ਤੁਸੀਂ ਵੇਖੋ ਪਤੀ ਪਿਆਰਾ ਸੰਬੰਧੀ ਜਿਹਦਾ ਸਾਡਾ ਬਹੁਤ ਮੋਹ ਹੋਊਗਾ, ਮਰਨ ਦੇ ਵਕਤ ਉਹ ਪਾਸੇ ਹੋ ਜਾਊਗਾ। ਤੋ ਰੱਬ ਦਾ ਕੀ ਪਤਾ ਹੈ, ਮੌਤ ਦਾ ਕੀ ਭਰੋਸਾ ਹੈ ਕਿ ਉਹਨੇ ਹਸਪਤਾਲ ਜਾਂ ਸੜਕ ਤੇ ਕਿਤੇ ਵੀ ਮੂਹਰੇ ਨੂੰ ਸਰੀਰ ਨੂੰ ਢਾਲ ਕਰ ਦੇਣਾ, ਸੋਝੀ ਨਹੀਂ ਰਹਿਣੀ ਹੈ। ਤੋ ਇਸ ਲਈ ਕਬੀਰ ਕਿਹਾ ਜਾਣਾ ਕਿ ਉਹ ਮਰਨਗੇ, ਕੈਸਾ ਮਰਨਾ ਹੋਏ। ਪਰ ਇੱਕ ਗੱਲ ਪੱਕੀ ਹੈ, ਮੌਤ ਤਾਂ ਨਹੀਂ ਜਾਣਦੇ ਕਿ ਕਦੋਂ ਆਉਣੀ ਹੈ, ਕਿਹੜੇ ਮੋੜ ਤੇ ਆਉਣੀ ਹੈ, ਕਿਸ ਤਰ੍ਹਾਂ ਆਉਣੀ ਹੈ। ਪਰ ਇੱਕ ਗੱਲ ਪੱਕੀ ਹੈ ਕਿ ਜੇ ਤੁਸੀਂ ਗੁਰੂ ਘਰ ਆਓਗੇ, ਸੰਗਤ ਕਰੋਗੇ, ਨਿਯਮ ਕਰੋਗੇ, ਭਜਨ ਬੰਦਗੀ ਦੇ ਵਿੱਚ ਜੁੜੇ ਰਹੋਗੇ, ਕਬੀਰ ਕਿਹਾ ਜਾਣਾ ਕਿ ਮਰਾਂਗੇ, ਐਸਾ ਮਰਨਾ ਹੋਏ। ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਜਾ ਮਰਨਾ, ਗੱਜ ਕੇ ਸਤਿਨਾਮ ਆਉਣੀ ਤਾਂ ਸਾਰਿਆਂ ਨੂੰ। ਪਰ ਜੇਕਰ ਵਾਹਿਗੁਰੂ ਦਾ ਨਾਮ ਕਦੀ ਵੀ ਨਹੀਂ ਭੁਲਾਓਗੇ ਤਾਂ ਮੌਤ ਸੌਖੀ ਆਊਗੀ। ਇਸੇ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਦੀ ਹੈ ਤੇ ਕਹੋ ਕਿ ਮਰਨ ਤੋਂ ਪਹਿਲਾਂ ਮੈਂ ਮੱਥਾ ਟੇਕ ਲਾਂਗੇ, ਉਦੋਂ ਹੀ ਅਰਦਾਸ ਇਕੱਠੀ ਸਭ ਕੁਛ ਕਰ ਲਵਾਂਗੇ। ਇਸ ਤਰ੍ਹਾਂ ਨਹੀਂ ਹੁੰਦਾ। ਅੰਤ ਨਾ ਸਾਹਿਬ ਸਿਮਰਿਆ ਜਾਈ, ਅੰਤ ਨੂੰ ਵਾਹਿਗੁਰੂ ਯਾਦ ਨਹੀਂ ਹੋਣ ਦੇਣਾ। ਯਮਾਂ ਨੇ ਪੇਸ਼ ਨਹੀਂ ਜਾਣ ਦੇਣੀ, ਮੌਤ ਨੇ ਇੰਨੀ ਕਾਹਲੀ ਪਾ ਦੇਣੀ ਹੈ ਕਿਤੇ ਵੀ ਜਾਣਾ ਹੋਵੇ। ਤੇ ਕਈ ਵਾਰ ਰੋਟੀ ਵੀ ਨਹੀਂ ਖਾਣ ਦਾ ਟਾਈਮ ਮਿਲਦਾ, ਪਰ ਜੋ ਰੱਖੋ ਪਹਿਲਾਂ ਤਿਆਰੀ ਕੀਤੀ ਹੋਵੇ, ਕੰਮ ਕਸਾ ਕੀਤਾ ਹੋਵੇ ਤਾਂ ਹੀ ਸਹੀ ਪੋਜੀਸ਼ਨ ਦੇ ਵਿੱਚ ਤੁਰਿਆ ਜਾ ਸਕਦਾ। ਜਦ ਮੌਤ ਨੇ ਕਾਹਲੀ ਪਾਤੀ, ਇਹਦੀ ਕੁਝ ਵੀ ਹੋਣਾ ਹੈ। ਸੁਰਤ ਮਤ ਨਹੀਂ ਚਤਰਾਈ, ਹੁਣੇ ਹੀ ਉਹਨੂੰ ਸਿਮਰੋ ਤੇ ਬੇਨਤੀਆਂ ਕਰੋ, हे ਮਹਾਰਾਜ ਮੇਰੇ ਵਿੱਚ ਪਰਮਾਤਮਾ ਦੀ ਸੁਰਤ ਨਹੀਂ, ਆਤਮ ਸ਼ਕਤੀ ਬੁੱਧੀ ਨਹੀਂ ਤੇ ਵਿਵਹਾਰਾਂ ਦੀ ਕੋਈ ਸਿਆਣਪ ਨਹੀਂ। ਸੋ ਜੇ ਕੋਈ ਕਹੇ ਮੈਂ ਸਿਆਣਪ ਦੀਆਂ ਚਤਰਾਈਆਂ ਨਾਲ ਕਰ ਜਾਵਾਂਗਾ, ਮਹਾਰਾਜ ਇਹ ਚਤਰਾਈਆਂ ਦੀ ਸਿਆਣਪਾਂ ਸਹਿਜ ਸਿਆਣਪਾਂ ਲੱਖ ਹੋ ਜੇ ਤਾਂ ਇੱਕ ਨਾ ਚੱਲਿਆ ਨਾਲ। ਚਤਰਾਈ ਸਿਆਣਪਾਂ ਕਿਤੇ ਕਾਮਨਾ ਆਈ ਹੈ, ਇਸ ਲਈ ਮੇਰੇ ਵਿੱਚ ਕੋਈ ਆਪ ਦੀ ਸਿਆਣਪ ਚਤਰਾਈ ਨਹੀਂ ਹੈ। ਘਰ ਕਿਰਪਾ ਪ੍ਰਭ ਲਾਵਹੁ ਪਾਈ, ਸਿਮਰਤੀਆਂ ਦੇ ਮੱਤ ਵਾਲੀ ਚਤਰਾਈ ਨਹੀਂ। ਇਹ ਪਤੀ ਪਰਮੇਸ਼ਰ ਤੂੰ ਆਪਣੀ ਮਿਹਰ ਕਰ ਤੇ ਆਪਣੇ ਚਰਨ ਕਮਲਾਂ ਦੇ ਨਾਲ ਸਾਨੂੰ ਕਿਰਪਾ ਕਰਕੇ ਲਾ ਦੇ। ਖਾਰੇ ਸਿਆਣੀ ਕੰਤਨ ਪਾਣੀ, ਪਿਆਰੇ ਨੂੰ ਬਾਰ ਬਾਰ ਮੈਨੂੰ ਯਾਦ ਆਉਂਦੇ ਰਹਿੰਦੇ ਨੇ। ਪੰਚਕੂਲੇ ਤੋਂ ਆਉਂਦੇ ਨਿਹੰਗ ਸਿੰਘ ਤੇ ਜਦੋਂ ਵੀ ਅਖੰਡ ਪਾਠ ਸਾਹਿਬ ਹੋਣਾ, ਉਹਨਾਂ ਨੂੰ ਜ਼ਿੰਮੇਵਾਰੀ ਦੇ ਕੇ ਆਪਣੇ ਫਿਕਰ ਹੋ ਗਏ, ਡਬਲ ਡਿਊਟੀ ਰੱਖ ਲੈਣੀ, ਕੰਮ ਸੇ ਪਹਿਲਾਂ ਕਰਨਾ। ਨਿਹੰਗ ਸਿੰਘ ਬਾਬਾ ਮਨਜੀਤ ਸਿੰਘ ਬੁੱਢਾ ਦਲੀਏ ਰਾੜਾ ਸਾਹਿਬ ਜੀ ਦੇ ਬੜੇ ਚੜ੍ਹਦੀ ਕਲਾ ਵਾਲੇ ਮੁੰਡਾ ਸੀ। ਇਹ ਬਚਨ ਬੜੇ ਕਮਾਲ ਦੇ, ਔਰ ਆਪ ਸੰਗੇ ਬੜੇ ਹਾਲਾਂਕਿ ਕੋਲਡ ਕੰਪਲੈਕਸ ਦੇ ਲੈਟਰ ਦੇ ਖੰਡ ਪਾਠ ਸੀਗਾ ਤੇ ਕਹਿੰਦੇ ਵੀ ਕੁਝ ਸਰੀਰ ਨੂੰ ਮੁਸ਼ਕਲ ਹੈ ਤੇ ਸਾਹ ਵੀ ਹੈ ਜਾਂ ਕੁਛ ਹੋਰ। ਕਹਿੰਦੇ ਚਲੋ ਕੋਈ ਨਹੀਂ, ਮੌਤ ਦਾ ਵੀ ਤਾਂ ਬਹਾਨਾ ਬਣਨਾ ਹੀ ਹੈ। ਜੇ ਮੈਂ ਠੀਕ ਹੀ ਰਿਹਾ, ਤੰਦਰੁਸਤ ਹੀ ਰਿਹਾ ਤੇ ਫਿਰ ਮਰਾਂਗੇ ਕਿਵੇਂ? ਮਰੀਦਾ ਤਾਂ ਹੀ ਹੈ ਜੇ ਮਾੜੀ ਮੋਟੀ ਬਿਮਾਰੀ ਲੱਗੇ, ਕੀ ਤਾਂ ਇਹ ਮੌਤ ਦਾ ਹੀ ਬਹਾਨਾ ਹੋਵੇ। ਆਹ ਬਚਨ ਮੈਨੂੰ ਸੁਣਾਇਆ, ਚੰਗਾ ਬੜਾ ਜਲ ਪਾਣੀ ਮਿੱਠਾ ਪਦਾਰਥ ਸਭ ਕੁਝ ਖੁਸ਼ੀ ਮਿਲਾ ਕਰਕੇ ਉਹਦੇ ਦਰਾਜੇ। ਮੈਂ 5 ਵਜੇ ਉੱਠਿਆ, ਉਹਨਾਂ ਮੈਨੂੰ ਉਠਾਇਆ ਅਖੰਡ ਪਾਠ ਸਾਹਿਬ ਦੇ ਰੌਲ ਤੋਂ। ਪਤਾ ਸੀ ਕਿ ਇਹਨੇ ਕਥਾ ਕਰਨੀ ਹੈ। ਸਾਹ ਇੰਨਾ ਤੇਜ਼ ਚੱਲੇ, ਬੈਠਣ ਦੀ ਕੋਈ ਵਾਰ ਨਹੀਂ,
ਇਸ਼ਨਾਨ ਤਾਂ ਕਰ ਲਿਆ, ਕਹਿੰਦੇ ਕੇਸੀ ਇਸ਼ਨਾਨ ਕਰਨਾ, ਕੇਸੀ ਵੀ ਕਰ ਲਿਆ। ਪਰ ਇੰਨੀ ਹਿੰਮਤ ਨਹੀਂ ਵੀ ਕਸ਼ਹਿਰੇ ਨੂੰ ਫੜ ਕੇ ਬੰਦਾ ਪਾਸੇ ਰੱਖ ਦੇ। ਉਹ ਬਾਥਰੂਮ ਨੂੰ ਮੈਂ ਚੁੱਕਿਆ ਜਾ ਕੇ ਤੇ ਰੌੜ ਤੇ ਛੱਡ ਵੀ ਦਿੱਤਾ ਕਿ ਇਹਨੇ ਕਥਾ ਕਰਨੀ ਹੈ। ਜਦ ਮੈਂ ਉੱਠਿਆ ਮੈਂ ਕਿਹਾ ਵੀ ਅਰਦਾਸ ਵੀ ਮੇਰੇ ਕੋਲ ਹੋ ਗਈ। ਉੱਠ ਕੇ ਅਰਦਾਸ ਕਰੀ ਦੀ, 2 ਅੱਖਰਾਂ ਦੀ ਅਰਦਾਸ ਕਰਨੀ ਔਖੀ ਹੋ ਗਈ। ਮੈਂ ਕਿਹਾ ਵੀ ਮਹਾਰਾਜ ਦੀ ਬਾਣੀ ਚ ਕਿਤੇ ਨਾ ਪੜ, ਕਿਉਂਕਿ ਉੱਚੀ ਬੋਲਦੇ ਸੀ। ਸਾਹ ਇੰਨਾ ਉੜਕਣ ਲੱਗ ਗਿਆ ਕਿ ਸਾਹ ਦੀ ਆਵਾਜ਼ ਆਉਂਦੀ ਤੇ ਗੁਰਬਾਣੀ ਦੇ ਅੱਖਰਾਂ ਦੀ ਆਵਾਜ਼ ਨਹੀਂ ਆਉਂਦੀ। ਭਾਵੇਂ ਕਿ ਉਹਨਾਂ ਬੜੀ ਬੋਲ ਕੇ ਪਾਠ ਕਰ, ਉਸੇ ਵਕਤ ਮੈਨੂੰ ਮਹਿਸੂਸ ਹੋਇਆ ਮੈਂ ਕਿ ਛੱਡਿਆ ਹੀ ਹੈ ਤੇ 2 ਕਦਮ ਨਹੀਂ ਚੱਲ ਸਕਦੇ। ਬਾਣੀ ਪੜ੍ਹਦਿਆਂ ਮਹਾਰਾਜ ਦੀ ਹਜ਼ੂਰੀ ਚ ਹਾਜ਼ਰੀ ਭਰ ਕੇ ਉੱਥੇ ਨਮਸਕਾਰ ਕਰਕੇ ਤੇ ਬੂਹੇ ਤੱਕ ਵੀਲ ਚੇਅਰ ਤੇ ਕੱਢ ਕੇ ਲੈ ਕੇ ਗਏ। ਇੰਨੇ ਮਿੰਟਾਂ 'ਚ ਚੜ੍ਹਾਈਆਂ ਕਰ ਗਏ ਤੇ ਹੁਣ ਭੋਗ ਪਾਉਣ ਤੋਂ ਪਹਿਲਾਂ ਆਪਾਂ ਜਾ ਨਹੀਂ ਸੀ ਸਕਦੇ। ਮੈਂ ਸੋਚਿਆ ਵੀ ਭੋਗ ਪਾ ਕੇ ਦੇਖਾਂਗੇ ਕੀ ਹਾਲ ਹੈ। 1 ਵਜੇ ਜਦ ਫੋਨ ਕੀਤਾ ਕਹਿੰਦੇ ਜੀ ਸੰਸਕਾਰ ਵੀ ਹੋ ਗਿਆ। ਇੰਨੀ ਜਲਦੀ ਪਰਮਾਤਮਾ ਦੀ ਖੇਡ ਦੀ ਕੁਦਰਤ ਹੈ। ਪਰ ਜੇ ਪਾਠ ਪੂਰਾ ਕਰਦੇ ਗਏ ਇਹ ਸਮਝ ਲਓ ਮਹਾਰਾਜ ਦੀ ਕਿਰਪਾ ਨਾਲ ਰੂਹ ਤਰ ਗਈ ਹੈ। ਸੁਰਤ ਮਤ ਨਹੀਂ ਚਤਰਾਈ, ਮੈਂ ਆਪਦੀ ਸੁਰਤੀ ਗਲਤੀ ਨਾਲ ਜਾਂ ਆਪਣੀ ਬੁੱਧੀ ਨਾਲ ਜਾਂ ਚਤਰਾਈ ਨਾਲ ਕਰ ਜਾਊਂਗਾ, ਇਸ ਤਰ੍ਹਾਂ ਕੁਝ ਨਹੀਂ ਹੁੰਦਾ ਹੈ। ਇਹ ਤਾਂ ਰੱਬ ਦੇ ਵੱਸ ਵਿੱਚ ਹੈ। ਕਰ ਕਿਰਪਾ ਪ੍ਰਭ ਲਾਭੋ ਪਾਈ, ਮਹਾਰਾਜ ਤੂੰ ਸਾਡੇ ਦੀ ਕਿਰਪਾ ਕਰ, ਆਪਦੀ ਮਿਹਰ ਕਰਕੇ ਆਪਦੇ ਚਰਨ ਕਮਲਾਂ ਦਾ ਲਾਲ ਕਰੇ ਸਿਆਣੀ ਕੰਤਨ ਪਾਣੀ। ਨੂੰ ਅੱਗ ਲਾਉਣੀ ਜਾਂ ਚੁੱਲ੍ਹੇ ਚੜਾਉਣਾ ਜੇ ਪਤੀ ਨੂੰ ਹੀ ਚੰਗੀ ਨਹੀਂ ਲੱਗਦੀ। ਜਿਹੜੀ ਜੀਵ ਨੂੰ ਬੇਇੱਜ਼ਤੀ ਆਪਣੇ ਆਪ ਨੂੰ ਵਿਵਹਾਰਾਂ 'ਚ ਭਾਵੇਂ ਬਹੁਤੀ ਸਿਆਣ ਵਾਲੀ ਸਮਝਦੀ ਹੈ, ਵੇਦਾਂ ਸ਼ਾਸਤਰਾਂ ਦਾ ਵਕਤਾ ਯੋਗਾ ਅਭਿਆਸ ਕਰਕੇ ਨਾੜੀਆਂ ਦੀ ਗਿਣਤੀ ਕਰਨ ਦੀ ਸਿਆਣਪ ਸਮਝਦੀ ਹੈ, ਪਰ ਪਤੀ ਪਰਮੇਸ਼ਰ ਨੂੰ ਪਾਉਂਦੀ ਹੀ ਨਹੀਂ ਹੈ। ਕਿਉਂ? ਮਾਇਆ ਲਾਗੀ ਪਰਮ ਪੁਲਾਣੀ, ਧਿਆਨ ਪੈਸੇ ਵਿੱਚ ਮਾਇਆ 'ਚ ਲੱਗੀ ਹੋਣ ਕਰਕੇ ਭਰਮ ਦੇ ਵਿੱਚ ਹੀ ਭੁੱਲੀ ਹੋਈ ਹੈ। ਗਿਣਦੇ ਪੈਸੇ ਹੀ ਹਨ ਤੇ ਪਾਠ ਪੂਜਾ ਕੋਈ ਕਰਨਾ ਹੀ ਨਹੀਂ, ਸੇਵਾ ਦੇ ਵਿੱਚ ਇੱਕ ਜੋੜਨਾ ਹੀ ਨਹੀਂ। ਜੇ ਧਿਆਨ ਹੀ ਪੈਸੇ ਗਹਿਣਿਆਂ ਵੱਲ, ਖਾਣ ਪੀਣ ਹਟਾਉਣ ਵਿੱਚ, ਤਾਂ ਦੱਸੋ ਮੁਕਤੀ ਕਿਵੇਂ ਹੋਊਗੀ? ਹਉ ਮੈਂ ਜਾਈ ਤਾਂ ਕੰਤ ਸਮਾਈ, ਆਪਦੇ ਭਰਾਵਾਂ ਦਾ ਹੰਕਾਰ ਹੈ, ਆਪਦੇ ਮਾਂ ਪਿਓ ਦੇ ਘਰ ਦਾ, ਆਪਦੀ ਪ੍ਰਾਪਰਟੀ ਦਾ ਹੰਕਾਰ ਹੈ। ਪਤੀ ਨੂੰ ਸਮਝਦੀ ਕੁਛ ਨਹੀਂ, ਮਹਾਤਮਾ ਨੂੰ ਸੜੀ ਕਹਿੰਦੀ ਵੀ ਜੇਕਰ ਅੰਦਰੋਂ ਹੰਤਾ ਮਮਤਾ ਦੂਰ ਹੋ ਜਾਏ ਤਾਂ ਹੀ ਪਤੀ ਪਰਮੇਸ਼ਰ ਨਾਲ ਲੀਨਤਾ ਹੁੰਦੀ ਹੈ। ਜੇ ਅੱਖਾਂ ਵੀ ਕੱਢੀ ਜਾਣੀਆਂ ਤੇ ਕਹੇ ਵੀ ਮੈਂ ਭਾ ਵੀ ਜਾਵਾਂ, ਇਸ ਤਰ੍ਹਾਂ ਨਹੀਂ ਹੁੰਦਾ ਹੈ। ਤਉ ਕਾਮਣ ਪਿਆਰੇ ਨਵ ਨਿਧ ਪਾਈ, ਦੋਵੇਂ ਗੱਲਾਂ ਨਹੀਂ ਚੱਲਦੀਆਂ। ਹੰਕਾਰ ਛੱਡਣਾ ਪਊਗਾ ਤਾਂ ਜਗਿਆਸੂ ਨੂੰ ਇਸਤਰੀ 9 ਨਿਧੀਆਂ ਦੇ ਦੇਣ ਵਾਲੇ ਪਿਆਰੇ ਪਤੀ ਪਰਮੇਸ਼ਰ ਨੂੰ ਪਾ ਲਵੇਗੀ। ਨਾਨਕ ਜਨਮ ਬਿਸਰਤ ਦੁਖ ਪਾਇਆ, ਪਤੀ ਪਰਮੇਸ਼ਰ ਦੀ ਪ੍ਰਾਪਤੀ ਲਈ ਇੰਜ ਬੇਨਤੀਆਂ ਕਰ, ਇਹ ਰੱਬ ਜੀ ਮੈਂ ਅਨੇਕਾਂ ਜਨਮ ਤੈਥੋਂ ਵਿਛੜ ਕੇ ਜੰਮਣ ਮਰਨ ਦਾ ਕਸ਼ਟ ਪਾਇਆ ਹੈ। ਕਾਰ ਗਹਿ ਲੇਹੋ ਪ੍ਰੀਤਮ ਪ੍ਰਭ ਰਾਇਆ, ਪ੍ਰਕਾਸ਼ ਨੂੰ ਪਿਆਰੇ ਪਰਮੇਸ਼ਰ ਤੁਸੀਂ ਸਾਡੇ ਮਨ ਨੂੰ ਹੱਥ ਨੂੰ ਫੜ ਕੇ ਆਪਣੇ ਵਿੱਚ ਲੀਨ ਕਰ ਦਵੋ ਜੀ। ਭਨਤ ਨਾਨਕ ਸੋ ਹੈ ਪੀ ਹੁਸੀ, ਕਿ ਮਹਾਤਮਾ ਨੂੰ ਸਗੀ ਦੇ ਰੂਪ ਦੇ ਵਿੱਚ ਉਚਾਰਨ ਕਰਦੇ ਕਿ ਉਹ ਪਤੀ ਪਰਮੇਸ਼ਰ ਹੁਣ ਵੀ ਹੈ, ਪਿੱਛੇ ਵੀ ਸੀ ਔਰ ਅੱਗੇ ਨੂੰ ਵੀ ਹੋਵੇਗਾ। ਸਿਰਫ ਤੁਸੀਂ ਯਾਦ ਕਰਨਾ ਹੈ। ਜੈ ਭਾਵੈ ਪਿਆਰਾ ਰਾਵੇਸੀ, ਪਤੀ ਪਰਮੇਸ਼ਰ ਹੈ ਸਾਡੇ ਕੋਲ ਹੀ, ਜਿਹਨੂੰ ਭਾਉਂਦਾ ਚਾਹੁੰਦਾ ਉਹਨੂੰ ਮਾਰਦਾ, ਪਾਪ ਆਪਣੇ ਝਾਂੇਰ ਕਰ ਲੈਂਦਾ ਹੈ। ਪਤਾ ਨਹੀਂ ਕਿਹੜੇ ਵੇਲੇ ਆ ਜਾਣਾ ਹੈ। ਇਸ ਲਈ ਕਬੀਰ ਕੇਸੋ ਕੇਸੋ ਕੂਕੀਆ ਨਾ ਸੋਈਆ ਆਸਾਰ। ਦਿਨੇ ਵੀ ਰਾਤ ਵੀ ਜਦੋਂ ਟਾਈਮ ਲੱਗਦਾ, ਜਦੋਂ ਨੀਂਦ ਆਉਂਦੀ ਹੈ ਉਦੋਂ ਸੌਣ ਦਾ ਵੀ ਕੋਈ ਹੱਲ ਨਹੀਂ।
ਇਸ ਵਾਸਤੇ ਕਬੀਰ ਕੇਸੋ ਕੇਸੋ ਫੂਕੀਐ ਨਾ ਸੋਈਏ ਆਸਾਰ ਰਾਤ ਦਿਵਸ ਕੇ ਫੂਕਨੇ ਕਬ ਰੂ ਕੇਸ में पुकार उलट का मान करो जी ਅੱਗੇ ਤੋਂ ਸਮਤ ਬਖਸ਼ੋ। ਆਨਕ ਜਨਮ ਬਿਸਰਤ ਦੁਖ ਪਾਇਆ ਕਰ ਗਏ ਹੋ ਪ੍ਰੀਤਮ ਪ੍ਰਭ ਰਾਇਆ ਭਣਤ ਨਾਨਕ ਸੋ ਹੈ ਪੀ ਹੋਸੀ ਜੈ ਭਾਵੈ ਪਿਆਰਾ ਤੇਰਾ ਵੇਸੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰੂ ਪ੍ਰਸਾਦ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ